Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਇਹ ਵੀਕਲੀ ਇਮੀਗ੍ਰੇਸ਼ਨ ਅਪਡੇਟਸ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਆਪਾਂ ਜਿੱਥੇ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਘਟਨਾਵਾਂ ਜਾਂ ਖਬਰਾਂ ਉਹਨਾਂ ਦੀ ਗੱਲ ਕਰਦੇ ਹਾਂ, ਨਾਲ ਹੀ ਆਪਾਂ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਖਬਰਾਂ ਦੀ ਗੱਲ ਕਰੀਏ ਤੇ ਪਹਿਲੀ ਖਬਰ ਤਾਂ ਇਹ ਹੈਗੀ ਆ ਕਿ ਗਾਂ ਨੂੰ ਜਿਹੜੇ ਬੰਦੇ ਇੱਥੇ ਇਮੀਗ੍ਰੈਂਟ ਵੀਜ਼ੇ ਤੇ ਅਮਰੀਕਾ 'ਚ ਆਉਣਗੇ ਉਹਨਾਂ ਨੂੰ ਉੱਥੇ ਜਿਹੜੇ ਆ ਉਹ ਟੀਕੇ ਲਵਾਉਣੇ ਪੈਣਗੇ। ਹਰੇਕ ਨੂੰ ਪਤਾ ਕਿ ਮੈਡੀਕਲ ਐਗਜ਼ਾਮ ਹੁੰਦਾ ਤੇ ਉਹ ਮੈਡੀਕਲ ਐਗਜ਼ਾਮ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਇਹਨਾਂ ਨੇ ਕਰਤੀ ਕਿ ਹੁਣ ਜਿਹੜੇ ਹੈਗੇ ਆ ਉਹ ਟੀਕੇ ਲੱਗਣਗੇ ਤੇ ਉਹ ਟੀਕੇ ਜਿਹੜੇ ਆ ਉਹਦੇ ਨਾਲ ਜਿਹੜਾ ਹੈਗਾ ਉਹ ਉਹਨਾਂ ਨੂੰ ਇਹ ਪ੍ਰੂਵ ਕਰਨਾ ਪਊਗਾ ਵੀ ਅਸੀਂ ਉਹ ਲਵਾਏ ਆ ਕਿ ਤਾਂ ਕਿ ਜਿਹੜੀ ਮਹਾਮਾਰੀ ਆ ਉਹ ਇੱਥੇ ਨਾ ਫੈਲਾਈ ਜਾਵੇ ਅਮਰੀਕਾ ਦੇ ਵਿੱਚ। ਤੇ ਸਰਕਾਰ ਦੀ ਇਹ ਮਨਸ਼ਾ ਆ ਕਿ ਜਿਹੜਾ ਬੰਦਾ ਵੀ ਅਮਰੀਕਾ ਆਉਂਦਾ ਉਹ ਟੀਕਾ ਉੱਥੋਂ ਲਵਾ ਕੇ ਆਵੇ। ਦੂਜੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਜਿਹੜੀ ਅੱਜ ਦੀ ਆਪਣੀ ਮੇਨ ਖਬਰ ਆ ਕਿ ਜਿਹੜਾ ਹਾਊਸ ਤੇ ਸੈਨੇਟ ਆ ਉਹ ਜਿਹੜਾ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਡੈਮੋਕ੍ਰੈਟਿਕ ਪਾਰਟੀ ਨੇ ਪ੍ਰੈਜ਼ੀਡੈਂਟ ਨੇ ਕਿ ਅਸੀਂ ਬੰਦੇ ਪੱਕੇ ਕਰਾਂਗੇ ਅਮਰੀਕਾ ਦੇ ਵਿੱਚ, ਉਹਦੇ ਬਾਰੇ ਜਿਹੜਾ ਪ੍ਰੋਸੈਸ ਆ ਉਹ ਬਜਟ ਨਾਲ ਜੋੜ ਕੇ ਕਰ ਰਹੇ ਨੇ। ਮੈਂ ਆਪਣੀ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਕਿ ਬਜਟ ਦੇ ਨਾਲ ਜੋੜ ਕੇ ਉਹ ਜਿਹੜਾ ਰੀਕਨਸੀਲੇਸ਼ਨ ਦਾ ਪ੍ਰੋਸੈਸ ਆ ਉਹਦੇ ਰਾਹੀਂ ਬਿੱਲ ਜਿਹੜੇ ਆ ਉਹ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਦੇ 'ਚ ਜਿਹੜਾ ਤਾਂ ਸੈਨੇਟ ਸਾਈਡ 'ਤੇ ਆ ਉਹਦੇ ਵਿੱਚ ਇੱਕ ਬਜਟ ਪਾਰਲੀਮੈਂਟੇਰੀਅਨ ਹੁੰਦਾ ਤੇ ਉਹ ਜਿਹੜੇ ਬਜਟ ਪਾਰਲੀਮੈਂਟੇਰੀਅਨ ਨੇ ਉਹਨਾਂ ਦਾ ਨਾਂ ਹੈਗਾ ਐਲਿਜ਼ਬeth ਮਕਡੋਨਾ। ਤੋਂ ਐਲਿਜ਼ਬeth ਨੂੰ ਇਹਨਾਂ ਨੇ ਹੁਣ ਇੱਕ ਮੀਟਿੰਗ ਕੀਤੀ ਆ। ਉਹ ਆਪ ਇਮੀਗ੍ਰੇਸ਼ਨ ਦੇ ਵਕੀਲ ਨੇ ਤੇ ਉਹਨਾਂ ਨੂੰ ਇਹਨਾਂ ਨੇ ਇਹ ਗੱਲ ਜਿਹੜੇ ਹੈਗੇ ਸੈਨੇਟ ਦੇ ਰਿਪਬਲਿਕਨ ਜਿਹੜੇ ਲੀਡਰ ਨੇ ਉਹਨਾਂ ਨੇ ਕਹੀ ਆ ਵੀ ਨਾ ਕਰੋ, ਪਰ ਜਿਹੜੇ ਡੈਮੋਕ੍ਰੈਟਿਕ ਲੀਡਰ ਨੇ ਉਹਨਾਂ ਨੇ ਕਿਹਾ ਕਿ ਬਜਟ ਦੇ ਨਾਲ ਇਹਨੂੰ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦੇ ਜਿਹੜੇ ਬਿੱਲ ਨੇ ਜਿਹੜੇ ਕਿ ਬੰਦੇ ਪੱਕੇ ਕਰਨ ਵਾਲੇ ਆ ਇਹਨਾਂ ਨੂੰ ਨਾਲ ਜੋੜੋ ਤੇ ਉਹਨੂੰ ਕਹਿੰਦੇ ਆ ਰੀਕਨਸੀਲੇਸ਼ਨ ਪ੍ਰੋਸੈਸ। ਤੇ ਜਿਹੜਾ ਰੀਕਨਸੀਲੇਸ਼ਨ ਪ੍ਰੋਸੈਸ ਆ ਇਹਦੇ ਬਾਰੇ ਥੋੜ੍ਹੀ ਜਿਹੀ ਪਹਿਲਾਂ ਆਪਾਂ ਜਾਣਕਾਰੀ ਲੈ ਲਈਏ ਤਾਂ ਕਿ ਸਮਝ ਆ ਸਕੇ ਵੀ ਕੀ ਆ। For a bill to become a law, it is of course needs to pass both chambers of Congress, the House of Representatives and the Senate. In general, in House of Representatives, a bill passes when at least 218 members support it, half of 435. ਤੇ ਉਹ ਇਹ ਕਹਿ ਰਹੇ ਆ ਕਿ ਜਿਹੜਾ ਬਿੱਲ ਪਾਸ ਕਰਨ ਵਾਸਤੇ ਮੈਜੋਰਟੀ ਚਾਹੀਦੀ ਹੁੰਦੀ ਆ ਹਾਊਸ ਤੇ ਸੈਨੇਟ ਦੇ ਵਿੱਚ, ਤੇ ਹਾਊਸ ਦੇ ਵਿੱਚ 218 ਬੰਦੇ ਚਾਹੀਦੇ ਹੁੰਦੇ ਆ, ਸੈਨੇਟ ਦੇ ਵਿੱਚ 51 ਚਾਹੀਦੇ ਹੁੰਦੇ ਆ। ਤੇ ਲੇਕਿਨ ਇੱਕ ਇੱਥੇ ਸਿਸਟਮ ਬਣਿਆ ਹੋਇਆ ਸੈਨੇਟ ਦੇ ਵਿੱਚ, ਉਹਨੂੰ ਕਹਿੰਦੇ ਫਿਲੀਬਸਟਰ। ਉਹਦੇ 'ਚ ਇਸ ਤਰ੍ਹਾਂ ਆ ਵੀ ਜੇ ਜਿਹੜੀ ਆਪੋਜੀਸ਼ਨ ਪਾਰਟੀ ਆ ਉਹ ਉਹਨੂੰ ਇਨਵੋਕ ਕਰ ਦੇਵੇ, ਫਿਲੀਬਸਟਰ ਲਾ ਦੇਵੇ, ਤਾਂ ਫਿਰ 60 ਬੰਦੇ ਚਾਹੀਦੇ ਆ ਕੋਈ ਵੀ ਜਿਹੜਾ ਹੈਗਾ ਲੈਜਿਸਲੇਸ਼ਨ ਨੂੰ ਪਾਸ ਕਰਨ ਲਈ। ਤੇ ਉਹ ਜਿਹੜੇ ਬਜਟ ਬਿੱਲ ਹੁੰਦੇ ਨੇ ਉਹਨਾਂ ਦੇ ਕਈ ਵਾਰੀ ਛੋਟ ਹੁੰਦੀ ਆ ਕਿਉਂਕਿ ਬਜਟ ਜਿਹੜੇ ਨੇ ਉਹ ਪਾਸ ਕਰਨੇ ਜ਼ਰੂਰੀ ਹੁੰਦੇ ਨੇ ਸਰਕਾਰ ਦੀ ਫੰਕਸ਼ਨਿੰਗ ਲਈ, ਤੇ ਆਪਸੀ ਜਿਹੜੀ ਹੁੰਦੀ ਆ ਪਾਰਟੀਆਂ ਦੀ ਖਹਿਬਾਜ਼ੀ ਉਹਦੇ ਵਿੱਚ ਕਿਤੇ ਬਜਟ ਨਾ ਰਹਿ ਜਾਵੇ, ਇਹਦੇ ਕਰਕੇ ਉਹਦੇ 'ਚ ਇਹ ਹੁੰਦਾ ਵੀ 50 ਬੰਦੇ ਜਿਹੜੇ ਨੇ ਉਹ ਤੇ ਇੱਕ ਵੋਟ ਹੋਰ 51 ਜੇ ਬੰਦੇ ਹੈਗੇ ਆ ਉਹ ਇਹਦੇ ਹੱਕ 'ਚ ਵੋਟ ਪਾ ਦੇਣ ਤਾਂ ਉਹ ਪਾਸ ਹੋ ਜਾਂਦਾ। ਤੇ ਇਹ ਹੁਣ ਆਮ ਤੌਰ 'ਤੇ ਬਜਟ ਲਈ ਯੂਜ਼ ਕੀਤਾ ਜਾਂਦਾ, ਪਰ ਇਹਨੂੰ ਹੋਰਾਂ ਕੰਮਾਂ ਲਈ ਵੀ ਹੁਣ ਯੂਜ਼ ਕਰਨਾ ਸ਼ੁਰੂ ਕਰਤਾ। ਤੇ ਜਿਹੜਾ ਬਜਟ ਹੈਗਾ ਉਹ ਜਿਹੜਾ ਬਿੱਲ ਹੈ ਉਹਦੇ 'ਤੇ ਹੁਣ ਕਾਰਵਾਈ ਚੱਲ ਰਹੀ ਹੈ ਕਿਉਂਕਿ ਬਜਟ ਪਾਸ ਹੋਣਾ ਅਮਰੀਕਾ ਦਾ। ਤੇ ਉਹਦੇ ਵਿੱਚ ਡੈਮੋਕ੍ਰੇਟਸ ਨੇ ਪਹਿਲਾਂ ਇਹੀ ਜਿਹੜਾ ਰੀਕਨਸੀਲੇਸ਼ਨ ਆ ਇਹਨੂੰ ਯੂਜ਼ ਕੀਤਾ ਸੀਗਾ ਹੈਲਥ ਕੇਅਰ ਚੇਂਜਸ ਕਰਨ ਲਈ 2010 'ਚ, ਤੇ ਰਿਪਬਲਿਕਨਸ ਨੇ ਜਿਹੜਾ ਟੈਕਸ ਕੱਟ ਹੈਗਾ ਉਹਦੇ ਵਾਸਤੇ 2017 'ਚ ਇਹੀ ਯੂਜ਼ ਕੀਤਾ ਸੀ ਪ੍ਰੋਸੈਸ। ਤੇ ਕਿਉਂਕਿ 60 ਜਿਹੜੇ ਬੰਦੇ ਨੇ ਉਹ ਸੈਨੇਟ ਦੇ ਵਿੱਚ ਹੋਣੇ ਮਤਲਬ ਕਿਸੇ ਵੀ ਇੱਕ ਪਾਰਟੀ ਲਈ ਬਹੁਤ ਔਖੇ ਆ। ਆਮ ਤੌਰ 'ਤੇ ਜਿਹੜੀ ਮੈਜੋਰਟੀ ਹੁੰਦੀ ਆ ਉਹ ਮਤਲਬ 51, 53, 54, 55 ਇੱਥੇ ਰਹਿ ਜਾਂਦੀ ਆ, ਤੇ ਉਹ ਫਿਰ ਦੂਜੀ ਪਾਰਟੀ ਦੀ ਜਿਹੜੀ ਹੈਗੀ ਸਪੋਰਟ ਲੈਣੀ ਪੈਂਦੀ ਆ ਤੇ ਉਹ ਬੜੀ ਮੁਸ਼ਕਿਲ ਮਿਲਦੀ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦਾ ਇਸ਼ੂ ਹੋ ਗਿਆ, ਟੈਕਸ ਦਾ ਇਸ਼ੂ ਹੋ ਗਿਆ, ਇਹਨਾਂ 'ਤੇ ਮਤਲਬ ਘੱਟ ਹੀ ਸਹਿਮਤੀ ਹੁੰਦੀ ਆ ਪਾਰਟੀਆਂ ਦੀ। ਤੇ ਇਹ ਹੁਣ ਜਿਹੜਾ ਹੈਗਾ ਰੂਲ ਇਹ ਜਿਹੜਾ ਪ੍ਰੋਸੈਸ ਆ ਤੇ ਇਹਨੂੰ ਮਤਲਬ ਕਹਿੰਦੇ ਨੇ ਬਰਡ ਰੂਲ। ਤੇ ਇਹਦੇ ਜਿਹੜੇ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਸੀਗਾ ਉਹ ਸੀਗੇ ਫਾਰਮਰ ਸੈਨੇਟਰ ਰੋਬਰਟ ਬਰਡ, ਜਿਹੜੇ ਕਿ ਵੈਸਟ ਵਰਜੀਨੀਆ ਦੇ ਸੈਂਟਰ ਹੁੰਦੇ ਸੀ ਡੈਮੋਕ੍ਰੈਟਿਕ। ਤੇ the rule says that reconciliation can only be used for things that change spending, the money the federal government pays out, or revenue, the money that federal government takes in.
ਰੀਕਨਸੀਲੇਸ਼ਨ ਉੱਥੇ ਹੀ ਹੁੰਦੀ ਆ ਜਿਹਦਾ ਸੰਬੰਧ ਕਿ ਪੈਸਾ ਦੇਣ ਜਾਂ ਪੈਸਾ ਲੈਣ 'ਚ ਹੋਵੇ, ਵੀ ਸਰਕਾਰ ਨੇ ਮਤਲਬ ਕਿੱਥੇ ਖਰਚਾ ਕਰਨਾ ਤੇ ਕਿੱਥੇ ਪੈਸਾ ਜਿਹੜਾ ਹੈਗਾ ਉਹ ਸਰਕਾਰ ਕੋਲ ਆਉਣਾ, ਉਹਦੇ ਨਾਲ ਸੰਬੰਧਿਤ ਚਾਹੀਦੀ ਆ। ਤੇ ਲੇਕਿਨ ਕੋਈ ਇਦਾਂ ਦੀ ਚੀਜ਼ ਜਿਹਦਾ ਬਜਟ ਨਾਲ ਲੈਣਾ ਦੇਣਾ ਨਹੀਂ, ਜਾਂ ਪੈਸੇ ਖਰਚਣ ਨਾਲ ਜਾਂ ਪੈਸੇ ਆਉਣ ਨਾਲ, ਉਹ ਇਹਦੇ ਵਿੱਚ ਪਾਸ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਜਿਵੇਂ ਹੁਣ ਆਪਾਂ ਟੈਕਸ ਬ੍ਰੇਕ ਦੀ ਗੱਲ ਕਰਦੇ ਹਾਂ, ਉਹਦਾ ਸੰਬੰਧ ਰੈਵਨਿਊ ਨਾਲ, ਪੈਸੇ ਨਾਲ, ਉਹ ਪਾਸ ਹੁੰਦਾ। ਹੈਲਥ ਕੇਅਰ ਹੁੰਦਾ ਕਿਉਂਕਿ ਉਹਦੇ ਵਿੱਚ ਸਪੈਂਡਿੰਗ ਹੁੰਦੀ ਆ, ਜਿਹੜੀ ਇਨਕਮ ਆਉਂਦੀ ਆ, ਤੇ ਜਿਹਦਾ ਕੋਈ ਇਹਦਾ ਲੈਣਾ ਦੇਣਾ ਨਾ ਹੋਵੇ ਖਰਚੇ ਨਾਲ, ਉਹ ਇਹਦੇ ਵਿੱਚ ਨਹੀਂ ਪਾਸ ਕੀਤਾ ਜਾ ਸਕਦਾ। ਇਹਦੇ 'ਚ ਇੱਕ ਸੈਨੇਟ ਪਾਰਲੀਮੈਂਟੇਰੀਅਨ ਹੁੰਦਾ ਤੇ ਉਹ ਰੈਫਰੀ ਹੁੰਦਾ ਇੱਕ ਕਿਸਮ ਦਾ, ਤੇ ਉਹਦੀ ਜੌਬ ਹੁੰਦੀ ਆ ਇਹ ਦੇਖਣਾ ਵੀ ਕੀ ਇਹ ਜਿਹੜਾ ਚੀਜ਼ ਰੀਕਨਸੀਲੇਸ਼ਨ 'ਚ ਲਿਆਂਦੀ ਜਾ ਰਹੀ ਆ ਇਹਦੇ ਯੋਗ ਹੈ ਕਿ ਨਹੀਂ। ਤੇ ਹੁਣ ਜਿਹੜੇ ਕਰੰਟ ਪਾਰਲੀਮੈਂਟੇਰੀਅਨ ਨੇ ਉਹ ਹੈਗੇ ਆ ਐਲਿਜ਼ਬeth ਮੈਕਡੋਨ, ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਸੈਨੇਟ ਦਾ ਮੈਜੋਰਟੀ ਲੀਡਰ ਸੀਗੇ ਪਹਿਲਾਂ ਹੈਰੀ ਰੀਡ, ਉਹਨਾਂ ਨੇ ਅਪਾਇੰਟ ਕੀਤਾ ਸੀ 2012 'ਚ। ਤੇ ਇਹਨਾਂ ਕੋਲ ਹੁਣ ਮੀਟਿੰਗਾਂ ਹੋਈਆਂ ਨੇ ਦੋਨਾਂ ਪਾਰਟੀਆਂ ਦੇ ਲੀਡਰਾਂ ਦੀਆਂ, ਤੇ ਇਹਨਾਂ ਨੂੰ ਜਿਹੜੀ ਪ੍ਰਪੋਜ਼ਲ ਰੱਖੀ ਆ ਵੀ ਇਹ ਜਿਹੜਾ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਇਹ ਵਿੱਚ ਇਹਦੇ ਐਡ ਕੀਤੇ ਜਾਣ, ਕਿਉਂਕਿ ਇਹਦੇ ਨਾਲ ਜੌਬਾਂ ਕ੍ਰੀਏਟ ਹੋਣਗੀਆਂ। ਉਹਨਾਂ ਨੇ ਕਿਹਾ 4 ਲੱਖ ਤੋਂ ਵੱਧ ਲੋਕਾਂ ਨੂੰ ਜੌਬ ਮਿਲੂਗੀ, ਤੇ ਪਲੱਸ ਅਮਰੀਕਾ ਨੂੰ ਜਿਹੜੀ ਇਹਦੀ ਹੈਗੀ ਆ ਉਹ ਰੈਵਨਿਊ ਆਏਗੀ। ਤੇ ਇਹਦੇ ਵਿੱਚ ਹੁਣ ਜਿਹੜੀਆਂ ਇਹ ਤਾਂ ਹੋਊਗੀ ਸੈਨੇਟ ਸਾਈਡ ਤੇ। ਹੁਣ ਜਿਹੜਾ ਹਾਊਸ ਵਾਲੇ ਪਾਸੇ ਜਿਹੜੀ ਹਾਊਸ ਦੀ ਜੁਡੀਸ਼ਰੀ ਕਮੇਟੀ ਆ ਜਿਹੜੀ ਕਿ ਬਿੱਲ ਬਣਾਉਂਦੀ ਆ, ਉਹਨੇ ਪਾਸ ਕਰ ਦਿੱਤਾ ਸੇਮ ਚੀਜ਼ ਹੀ ਇੱਦਾਂ ਦੀ ਕਿ ਜਿਹੜਾ ਬਜਟ ਆ ਉਹਦੇ ਨਾਲ ਜਿਹੜੇ ਬੰਦੇ ਇੱਥੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਜਿਹੜਾ ਉਹ ਮਤਲਬ ਉਹਦੇ ਵਿੱਚ ਉਹਨਾਂ ਦੀ ਪ੍ਰੋਵੀਜ਼ਨ ਰੱਖੀ ਆ। ਹੁਣ ਇਹਦੇ ਵਿੱਚ ਜਿਹੜਾ ਰੱਖਿਆ ਗਿਆ ਕੌਣ ਕੌਣ ਇਹਦੇ 'ਚ ਆਉਂਦਾ, ਇਹ ਇੰਪੋਰਟੈਂਟ ਗੱਲ ਆ, ਪਰ ਅਜੇ ਫਾਈਨਲ ਨਹੀਂ। ਅਜੇ ਇਹ ਹਾਊਸ ਦੇ ਜਿਹੜੀ ਹੈਗੀ ਜੁਡੀਸ਼ਰੀ ਕਮੇਟੀ ਨੇ ਕੀਤਾ। ਹਾਊਸ ਕਿਉਂਕਿ ਮੈਜੋਰਟੀ ਹੈਗੀ ਡੈਮੋਕ੍ਰੈਟਿਕ ਪਾਰਟੀ ਦੀ, ਤੇ ਉਹ ਲੱਗਦਾ ਵੀ ਸਿੰਪਲ ਮੈਜੋਰਟੀ ਨਾਲੇ ਪਾਸ ਹੋ ਜਾਏਗਾ। ਗੱਲ ਆ ਕੇ ਹੈਗੀ ਸੈਨੇਟ 'ਚ, ਤੇ ਜੇ ਸੈਨੇਟ ਦੇ ਵਿੱਚ ਜਿਹੜੇ ਪਾਰਲੀਮੈਂਟੇਰੀਅਨ ਨੇ ਐਲਿਜ਼ਬeth, ਉਹਨਾਂ ਨੇ ਇਹਨੂੰ ਓਕੇ ਕਰਤਾ ਤਾਂ ਉਹ ਜਾਏਗਾ ਹੀ ਜਾਏਗਾ। ਜੇ ਨਹੀਂ ਵੀ ਓਕੇ ਕੀਤਾ ਤਾਂ ਉਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਜੋ ਕਿ ਹੁਣ ਕਮਲਾ ਹੈਰਿਸ ਨੇ, ਉਹਦੀ ਗੱਲ ਨੂੰ ਓਵਰਰਾਈਡ ਕਰ ਸਕਦੇ ਆ ਫਿਰ ਵੀ, ਤਾਂ ਇਹਨੂੰ ਉਹਦੇ 'ਚ ਨਾਲ ਜੋੜ ਕੇ ਪਾਸ ਕੀਤਾ ਜਾ ਸਕਦਾ, ਜੋ ਕਿ ਰੇਅਰ ਕੇਸਾਂ 'ਚ ਹੁੰਦਾ, ਪਰ ਇਸ ਕੇਸ ਦੇ ਵਿੱਚ ਹੋ ਸਕਦਾ। ਤੇ ਜਿਹੜਾ ਹੁਣ ਹਾਊਸ ਸਾਈਡ ਤੇ ਬਿੱਲ ਹੋਇਆ ਉਹ ਕਹਿੰਦਾ ਦ ਬਿੱਲ ਵੁੱਡ ਪ੍ਰੋਵਾਈਡ ਏ ਪਾਸ ਟੂ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਫॉर 4 ਸੈਪਰੇਟ ਗਰੁੱਪਸ। 4 ਗਰੁੱਪਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਪਹਿਲਾ, ਦੋਜ਼ ਹੂ ਕੇਮ ਟੂ ਦ ਯੂਨਾਈਟਿਡ ਸਟੇਟਸ ਐਜ਼ ਚਿਲਡਰਨ, ਜਿਹੜੇ ਮਤਲਬ ਬੱਚਿਆਂ ਦੇ ਤੌਰ ਤੇ ਅਮਰੀਕਾ 'ਚ ਆਏ ਨੇ ਜਦੋਂ ਕਿ ਐਂਟਰ ਹੋਏ, ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਸੀਗੀ। ਦੂਜਾ, ਦੋਜ਼ ਹੂ ਹੈਵ ਵਰਕਡ ਐਜ਼ ਅਸੈਂਸ਼ੀਅਲ ਵਰਕਰ ਸਿੰਸ ਜਨਵਰੀ 1 2020, ਜਿਹੜੇ ਜਨਵਰੀ 1 2020 ਤੋਂ ਬਾਅਦ ਅਸੈਂਸ਼ੀਅਲ ਵਰਕਰ ਦੇ ਤੌਰ ਤੇ ਅਮਰੀਕਾ 'ਚ ਕੰਮ ਕਰ ਰਹੇ ਨੇ। ਤੀਸਰੇ, ਦੋਜ਼ ਹੂ ਹੈਡ TPS ਸਟੇਟਸ ਸਿੰਸ ਜਨਵਰੀ 2017, ਜਿਹੜੇ TPS ਸਟੇਟਸ ਤੇ ਹੈਗੇ ਨੇ 2017 ਤੋਂ। ਤੇ ਚੌਥੇ ਆ ਦੋਜ਼ ਹੂ ਵਰ ਐਲੀਜੀਬਲ ਫॉर ਡਿਫਰਡ ਇਨਫੋਰਸ ਡਿਪਾਰਚਰ ਔਨ ਜਨਵਰੀ 20 2021, ਜਿਹੜਾ ਕਿ DED ਜਿਹਨੂੰ ਅਸੀਂ ਕਹਿੰਦੇ ਆ, ਉਹ ਜਨਵਰੀ 20 2021 ਤੋਂ ਜਿਹੜੇ ਹੈਗੇ ਆ ਉਹ ਉਸ ਟਾਈਮ ਤੇ ਐਲੀਜੀਬਲ ਸੀ ਉਹਦੇ ਲਈ। ਤੇ ਜਿਹੜੇ ਬੰਦੇ ਹੁਣ ਪਹਿਲੀ ਕੈਟਾਗਰੀ ਆ ਜਿਹੜੇ ਕਿ ਬੱਚਿਆਂ ਦਾ, ਵੀ ਜਿਹੜੇ ਬੱਚੇ ਇੱਥੇ ਪੱਕੇ ਕਰਨੇ ਨੂੰ ਆਪਾਂ ਡ੍ਰੀਮਰ ਕਹਿੰਦੇ ਆ, ਉਹਨਾਂ ਵਾਸਤੇ ਸ਼ਰਤ ਇਹ ਹੈਗੀ ਆ ਵੀ 18 ਸਾਲ ਦੀ ਉਮਰ ਤੋਂ ਉਹ ਘੱਟ ਆਏ ਹੋਣ, ਤੇ ਫਿਰ ਉਹ ਕੰਟੀਨਿਊਸਲੀ ਅਮਰੀਕਾ ਦੇ ਵਿੱਚ ਰਹੇ ਹੋਣ ਸਿੰਸ ਜਨਵਰੀ 1 2021। ਜਨਵਰੀ 1 2021 ਤੋਂ ਜਿਹੜਾ ਬਾਅਦ ਆਇਆ ਉਹ ਇਹਦੇ 'ਚ ਕਵਰ ਨਹੀਂ ਹੋਏਗਾ। ਤੇ ਉਹਦੇ ਨਾਲ ਨਾਲ ਇਹ ਹੈਗਾ ਕਿ ਉਹਨਾਂ ਨੇ 2 ਸਾਲ ਜਾਂ ਤਾਂ ਕਿਸੇ ਕਾਲਜ ਤੋਂ ਜਾਂ ਟੈਕਨੀਕਲ ਸਕੂਲ ਤੋਂ ਕੋਈ ਡਿਗਰੀ ਲਈ ਹੋਵੇ, ਜਾਂ ਉਹਨਾਂ ਨੇ ਜਿਹੜਾ ਹੈਗਾ 3 ਸਾਲ ਲਗਾਤਾਰ ਮਤਲਬ ਕੰਮ ਕੀਤਾ ਹੋਵੇ, ਆਪਣੀ ਜੌਬ ਕੀਤੀ ਹੋਵੇ, ਜਾਂ ਫਿਰ ਆਰਮੀ ਦੇ ਵਿੱਚ ਮਦਦ ਕੀਤੀ ਹੋਵੇ। ਦੂਜੇ ਹੈਗੇ ਅਸੈਂਸ਼ੀਅਲ ਵਰਕਰ। ਅਸੈਂਸ਼ੀਅਲ ਵਰਕਰ ਲਈ ਲੋੜ ਹੈਗੀ ਆ ਕਿ ਉਹ ਅਮਰੀਕਾ ਦੇ ਵਿੱਚ ਪ੍ਰੈਜ਼ੈਂਟ ਹੋਣ ਜਨਵਰੀ 1 2021 ਤੋਂ ਪਹਿਲਾਂ, ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਨਕਮ ਉਹਨਾਂ ਨੇ ਅਰਨ ਕੀਤੀ ਹੋਵੇ, ਤੇ ਉਹਦੇ ਨਾਲ ਨਾਲ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਦੀ ਜਿਹੜੀ ਲਿਸਟ ਹੈਗੀ ਆ ਅਸੈਂਸ਼ੀਅਲ ਵਰਕਰਸ ਦੀ, ਉਹਨਾਂ ਦੇ ਵਿੱਚੋਂ ਆਉਂਦੇ ਹੋਣ ਜਨਵਰੀ 1 2020 ਤੋਂ ਲੈ ਕੇ ਅਗਸਤ 24 2021 ਤੱਕ। ਤੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਉਹਦੇ 'ਚ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਹੈਗੀ ਵੀ 3 ਸਾਲ ਤੋਂ ਉਹਦੇ 'ਚ ਬੰਦਾ ਹੋਵੇ, ਤੇ 2017 'ਚ ਉਹਨੂੰ ਇਹ ਸਟੇਟਸ ਘੱਟੋ ਘੱਟ ਮਿਲਿਆ ਹੋਵੇ। ਪਰ ਜਿਹੜੇ ਬੰਦੇ ਉਦੋਂ ਬਾਅਦ ਦੇ ਆ ਉਹ ਨਹੀਂ ਕਵਰ ਹੋਣਗੇ। ਤੇ ਜਿਹੜੇ DED ਵਾਲੇ ਹੈਗੇ ਆ ਉਹ ਜਨਵਰੀ 20 2021 ਨੂੰ ਇਹਦੇ 'ਚ ਹੋਣ। ਇਹਦੇ ਜ਼ਿਆਦਾ ਜਿਹੜੇ ਹੈਗੇ ਆ ਉਹ ਵੈਨਜ਼ੂਏਲਾ ਤੇ ਲਿਬੇਰੀਆ ਦੇ ਜਿਹੜੇ ਲੋਕ ਨੇ ਉਹ ਆਉਂਦੇ ਆ।
ਤੇ ਇਹ ਕਹਿ ਰਹੇ ਨੇ ਵੀ 7 ਤੋਂ 8 ਮਿਲੀਅਨ ਬੰਦੇ ਜਿਹੜੇ ਨੇ ਇਹਦੇ ਨਾਲ ਇੰਪੈਕਟ ਹੋਣਗੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲੂਗਾ। ਜਿਹੜੇ ਵੀ ਕੁਆਲੀਫਾਈ ਕਰਨਗੇ ਉਹਨਾਂ ਨੂੰ ਉਹਨਾਂ ਦਾ ਬੈਕਗਰਾਉਂਡ ਚੈੱਕ ਹੋਊਗਾ, ਫਿੰਗਰਪ੍ਰਿੰਟ ਹੋਣਗੇ ਤੇ ਉਹਨਾਂ ਨੇ ਕੋਈ ਕ੍ਰਾਈਮ ਨਾ ਕੀਤਾ ਹੋਵੇ ਤੇ $1500 ਉਹਨਾਂ ਨੂੰ ਫੀਸ ਜਿਹੜੀ ਹੈਗੀ ਆ ਉਹ ਸਰਚਾਰਜ ਜਾਂ ਪੈਨਲਟੀ ਦੇਣੀ ਪਊਗੀ ਅਪਲਾਈ ਕਰਨ ਲਈ। ਤੇ ਉਸ ਤੋਂ ਬਾਅਦ ਇਹ ਕਹਿ ਰਹੇ ਆ ਕਿ ਜਿਹੜੇ H1B ਵੀਜ਼ੇ ਤੇ ਹੈਗੇ ਆ ਉਹਨਾਂ ਨੂੰ ਜਾਂ ਜਿਨ੍ਹਾਂ ਨੂੰ ਇੰਪਲੋਇਮੈਂਟ ਬੇਸ ਤੇ ਜਿਹੜਾ ਗ੍ਰੀਨ ਕਾਰਡ ਅਪਲਾਈ ਹੋਇਆ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਉਹ ਬੈਕਲੌਗ ਜਿਹੜਾ ਹੈਗਾ ਰਿਡਿਊਸ ਕੀਤਾ ਜਾਊਗਾ ਤੇ ਉਹਨਾਂ ਨੂੰ ਵੀ ਹੁਣ ਜਿਹੜੇ ਗ੍ਰੀਨ ਕਾਰਡ ਨੇ ਉਹ ਬੜੇ ਤੇਜ਼ੀ ਨਾਲ ਮਿਲਣਗੇ। ਤੇ ਇਹਦੇ ਨਾਲ ਨਾਲ ਜਿਹੜੀ ਹੈਗੀ ਆ ਡਾਇਵਰਸਿਟੀ ਵੀਜ਼ਾ 2017 ਤੋਂ 21 ਤੱਕ ਜਿਨ੍ਹਾਂ ਨੂੰ ਐਂਟਰੀ ਡਿਨਾਈ ਕੀਤੀ ਗਈ ਸੀਗੀ ਤੇ ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਇਹ ਜਿਹੜਾ ਬਿੱਲ ਹੈਗਾ ਇਹ ਇੱਕ ਹੋਰ ਇਹਦੇ ਚੀਜ਼ ਆ ਕਿ ਇਹ the bill will create a new process for individuals already in the United States who are beneficiaries of an approved immigrant visa petition। ਜਿਹੜੇ ਅਮਰੀਕਾ ਦੇ ਵਿੱਚ ਬੰਦੇ ਆਲਰੇਡੀ ਰਹਿ ਰਹੇ ਨੇ ਤੇ ਉਹਨਾਂ ਦੀ ਕੋਈ ਜਿਹੜੀ ਇਮੀਗ੍ਰੈਂਟ ਪਟੀਸ਼ਨ ਅਪਰੂਵਡ ਹੋਈ ਆ ਉਹ ਇੱਥੇ $1500 ਦੇ ਕੇ ਤੇ ਉਹ ਗ੍ਰੀਨ ਕਾਰਡ ਲਈ ਪਹਿਲਾਂ ਅਪਲਾਈ ਕਰ ਸਕਦੇ ਨੇ। ਉਹਨਾਂ ਦੀ ਚਾਹੇ ਪ੍ਰਾਇਓਰਟੀ ਡੇਟ ਅਜੇ ਨਹੀਂ ਆਈ ਪਰ ਉਹਨਾਂ ਲਈ ਆ ਜਿਹੜੇ ਅਮਰੀਕਾ 'ਚ ਪ੍ਰੈਜ਼ੈਂਟ ਨੇ ਤੇ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਵੀ ਮਿਲੇਗਾ। ਤੇ ਜਿਹੜਾ ਬਿੱਲ ਹੈਗਾ ਉਸ ਤੋਂ ਬਾਅਦ ਜਿਹੜੇ ਬਾਹਰ ਦੇ ਬੰਦੇ ਨੇ ਜਿਨ੍ਹਾਂ ਦੀਆਂ ਪਟੀਸ਼ਨਾਂ ਹੋਈਆਂ ਨੇ ਤੇ ਉਹ ਹੋਰਾਂ ਮੁਲਕਾਂ ਨੇ ਜਿਵੇਂ ਆਪਣੇ F4 ਕੈਟਾਗਰੀ ਜਾਂ F3 ਕੈਟਾਗਰੀ ਵਾਲੇ ਹੁੰਦੇ ਆ ਉਹਨਾਂ ਵਾਸਤੇ ਹੈਗਾ ਬਿੱਲ ਵੁੱਡ ਅਲਾਓ ਐਨੀਵਨ ਇਨ ਦ ਯੂਨਾਈਟਿਡ ਸਟੇਟਸ ਹੂ ਇਜ਼ ਅ ਬੈਨੀਫੀਸ਼ੀਅਰੀ ਆਫ ਐਨ ਅਪਰੂਵਡ ਇਮੀਗ੍ਰੈਂਟ ਪਟੀਸ਼ਨ ਟੂ ਪੇ ਫੀ ਟੂ ਸਕਿਪ ਅਹੈਡ ਟੂ ਬੀ ਐਗਜ਼ੈਂਪਟਡ ਫਰੋਮ ਐਨੂਅਲ ਨੂਮੈਰੀਕਲ ਵੀਜ਼ਾਸ ਤੇ ਦੋਜ਼ ਇੰਡੀਵਿਜੂਅਲ ਮਸਟ ਹੈਵ ਬੀਨ ਵੇਟਿੰਗ ਫॉर 2 ਇਅਰਸ। ਜਿਹੜਾ ਅਮਰੀਕਾ ਦੇ ਵਿੱਚ ਇੱਕ ਤਾਂ ਉਹ ਹੋ ਗਿਆ ਪ੍ਰੈਜ਼ੈਂਟ ਆ ਤੇ ਉਹਨੂੰ 2 ਸਾਲ ਹੋ ਗਏ ਉਹ ਫਿਰ ਇਹਦੇ ਉੱਤੇ ਗ੍ਰੀਨ ਕਾਰਡ ਲੈ ਸਕਦਾ। ਪਰ ਜਿਹੜੇ ਬਾਹਰ ਦੇ ਨੇ ਉਹਨਾਂ ਵਾਸਤੇ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਲਈ ਜਿਹੜਾ ਹੈਗਾ ਜਿਹੜੇ ਵੀਜ਼ਾ ਨੰਬਰ ਅਵੇਲੇਬਲ ਨਹੀਂ ਸੀ ਪਹਿਲਾਂ ਐਕਸਪਾਇਰ ਹੋ ਗਏ ਸੀਗੇ ਉਹਨਾਂ ਨੂੰ ਯੂਜ਼ ਕਰਕੇ ਤਾਂ ਉਹਨਾਂ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਤੇਜ਼ ਕੀਤਾ ਜਾਊਗਾ। ਤੇ ਜਿਹੜੀਆਂ ਇਹ ਪਟੀਸ਼ਨਾਂ ਦੇਣਗੇ ਇੱਥੇ ਜਿਹੜੇ ਮਤਲਬ ਅਪਲਾਈ ਹੋਇਆ ਬੰਦਿਆਂ ਦਾ ਉਹਨਾਂ ਨੂੰ $2500 ਜਿਹੜਾ ਉਹ ਇਹਦੀ ਫੀਸ ਦੇਣੀ ਪਊਗੀ ਤੇ ਜਿਹੜੇ ਇੰਪਲੋਇਮੈਂਟ ਬੇਸਡ ਹੈਗੇ ਨੇ ਉਹਨਾਂ ਨੂੰ $5000 ਫੀਸ ਦੇਣੀ ਪਊਗੀ ਤੇ ਜਿਹੜੇ EB5 ਇਨਵੈਸਟਰ ਵੀਜ਼ੇ ਵਾਲੇ ਹੋਣਗੇ ਉਹਨਾਂ ਨੂੰ $50000 ਦੀ ਜਿਹੜੀ ਫੀਸ ਆ ਉਹ ਦੇਣੀ ਪਊਗੀ। ਤੇ ਇਹ ਜਿਹੜਾ ਬਿੱਲ ਹੈਗਾ $2.8 ਬਿਲੀਅਨ ਇਹ USCIS ਨੂੰ ਦਊਗਾ ਤਾਂ ਕਿ ਉਹ ਜਿਹੜੇ ਹੈਗੇ ਆ ਆਪਣੇ ਆਫਿਸ ਜ਼ਿਆਦਾ ਖੋਲ੍ਹ ਸਕਣ, ਜ਼ਿਆਦਾ ਸਟਾਫ ਰੱਖ ਸਕਣ ਤੇ ਇਹਦੇ 'ਚ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੂੰ ਬੰਦਿਆਂ ਦੀ ਲੋੜ ਪੈਣੀ ਆ ਤੇ ਉਹ ਹੋਵੇ। ਪਿਛਲੇ 30 ਸਾਲਾਂ ਦੇ ਵਿੱਚ ਇਹ ਸਾਰਿਆਂ ਤੋਂ ਇੰਪੋਰਟੈਂਟ ਇਮੀਗ੍ਰੇਸ਼ਨ ਦਾ ਬਿੱਲ ਆ। ਜੇ ਇਹ ਪਾਸ ਹੁੰਦਾ ਹੈਗਾ ਬਜਟ ਦੇ ਨਾਲ ਤਾਂ ਇਹਦੇ ਨਾਲ ਇਮੀਗ੍ਰੇਸ਼ਨ ਦੀ ਜਿਹੜੀ ਹੈਗੀ ਆ ਜਿਹੜੇ ਸਪੋਰਟਰ ਨੇ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਏਗੀ ਤੇ ਬਹੁਤ ਜ਼ਿਆਦਾ ਲੋਕ ਐਸਟੀਮੇਟਡਲੀ ਉਹ ਕਹਿ ਰਹੇ ਤਕਰੀਬਨ 8 ਮਿਲੀਅਨ ਲੋਕ ਇਹਦੇ ਨਾਲ ਅਮਰੀਕਾ 'ਚ ਪੱਕੇ ਹੋ ਸਕਦੇ ਆ। ਤੇ ਇਹਦੇ ਵਿੱਚ ਸਿੱਧਾ ਹੀ ਗ੍ਰੀਨ ਕਾਰਡ ਰੱਖਿਆ ਗਿਆ। ਉਹ ਜਿਹੜਾ ਟੈਂਪਰੇਰੀ ਕਾਰਡ ਹੁੰਦਾ ਉਹ ਨਹੀਂ ਹੈਗਾ ਵੀ ਪਹਿਲਾਂ ਇੰਨੇ ਸਾਲ ਟੈਂਪਰੇਰੀ ਮਿਲੂਗਾ ਫਿਰ ਪਰਮਾਨੈਂਟ ਮਿਲੂਗਾ, ਉਹ ਚੀਜ਼ ਇਹਦੇ 'ਚ ਹੈ ਨਹੀਂ। ਉਹ ਸਿੱਧਾ ਗ੍ਰੀਨ ਕਾਰਡ ਅਪਲਾਈ ਹੋ ਸਕਦਾ। ਤੇ ਉਸ ਤੋਂ ਬਾਅਦ ਇਹ ਆ ਵੀ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਹਾਊਸ ਦੇ ਵਿੱਚੋਂ ਪਾਸ ਹੋ ਕੇ ਹੁਣ ਸੈਨੇਟ ਜਾਂਦਾ। ਸੈਨੇਟ ਦੇ ਵਿੱਚ ਇਹ ਕਿਸ ਰੂਪ 'ਚ ਪਾਸ ਹੁੰਦਾ ਪਰ ਇਹ ਬਹੁਤ ਇੰਪੋਰਟੈਂਟ ਚਾਂਸ ਆ ਜਿਹਨੂੰ ਕਿ ਜਿਹੜੇ ਲੀਡਰ ਨੇ ਡੈਮੋਕ੍ਰੈਟਿਕ ਪਾਰਟੀ ਦੇ ਸੋਚਦੇ ਨੇ ਵੀ ਜੇ ਮੌਕਾ ਹੈ ਪਾਸ ਕਰਨ ਦਾ ਤਾਂ ਹੁਣੇ ਹੀ ਆ, ਨਹੀਂ ਇਹ ਫਿਰ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਹੈ ਇਹ ਨਹੀਂ ਲੱਗਦਾ ਕਿ ਪਾਸ ਹੋਏਗਾ। ਸੋ ਇਹੀ ਇੱਕ ਆਖਰੀ ਚਾਂਸ ਹੈ ਜਿਹਦੇ ਲਈ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਇਹ 'ਚ ਹੋ ਸਕਦਾ। ਹੁਣ ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਉਹ ਇਹ ਹੈਗੀ ਆ ਵੀ ਇਹਦੇ 'ਚ ਅਸੈਂਸ਼ੀਅਲ ਵਰਕਰ ਕੌਣ ਆ ਕਿ ਜਿਹੜੇ ਅਸੈਂਸ਼ੀਅਲ ਵਰਕਰ ਨੇ ਆਪਾਂ ਕਿਹਨਾਂ ਨੂੰ ਕਹਿੰਦੇ ਆ ਕਿ ਉਹ ਅਸੈਂਸ਼ੀਅਲ ਵਰਕਰ ਨੇ ਜਿਹੜੇ ਕਿ ਇਹ 'ਚ ਕਵਰ ਹੋਣਗੇ। ਹੁਣ ਬੱਚੇ ਦਾ ਠੀਕ ਹੈ 18 ਸਾਲ ਤੋਂ ਘੱਟ ਆਏ ਆ, TPS ਜਿਹੜੇ ਵਰਕਰ ਨੇ ਉਹ ਵੀ ਠੀਕ ਆ ਜਿਨ੍ਹਾਂ ਨੂੰ ਉਹ ਸਟੇਟਸ ਮਿਲਿਆ ਹੋਇਆ 2017 ਦਾ, ਜਾਂ DD ਵਾਲੇ ਜਿਹੜੇ ਉਹਨਾਂ ਨੂੰ ਮਿਲਿਆ ਹੋਇਆ ਉਹ 'ਚ ਵੈਨਜ਼ੂਏਲਾ ਤੇ ਲਿਬੇਰੀਆ ਵਾਲੇ ਆ। ਪਰ ਅਸੈਂਸ਼ੀਅਲ ਵਰਕਰ ਜਿਹੜੇ ਨੇ ਇਹ ਬੜੀ ਲੰਬੀ ਚੌੜੀ ਕੈਟੇਗਰੀ ਹੈ, ਜ਼ਿਆਦਾ ਲੋਕ ਇਹਦੇ ਵਿੱਚ ਕਵਰ ਹੋਣਗੇ। ਅਸੈਂਸ਼ੀਅਲ ਵਰਕਰ ਦੇ ਵਿੱਚ ਜਿਹੜਾ ਇੱਕ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਐਡਵਾਈਜ਼ਰੀ ਕੱਢੀ ਆ ਅਗਸਤ 10, 2021 ਨੂੰ, ਇਹ ਹੈਗਾ ਜੀ ਐਡਵਾਈਜ਼ਰੀ ਮੈਮੋਰੈਂਡਮ ਔਨ ਇਨਸ਼ੋਰਿੰਗ ਅਸੈਂਸ਼ੀਅਲ ਕ੍ਰਿਟੀਕਲ ਇਨਫਰਾਸਟਰਕਚਰ ਵਰਕਰਸ ਐਬਿਲਿਟੀ ਟੂ ਵਰਕ। ਇਹ ਜਿਹੜੀ ਆ ਇਹਦੇ ਮੁਤਾਬਕ ਜਿਹੜੀ ਇਹ 'ਚ ਲਿਸਟ ਹੈਗੀ ਆ ਉਹਨੂੰ ਉਹਨਾਂ ਨੇ ਕਿਹਾ ਵੀ ਉਹ ਅਸੈਂਸ਼ੀਅਲ ਵਰਕਰ ਗਿਣੇ ਜਾਣਗੇ। ਅਸੈਂਸ਼ੀਅਲ ਵਰਕਰ ਦੇ ਵਿੱਚ ਕੌਣ ਕੌਣ ਆਉਂਦਾ? ਉਹਦੇ ਸਭ ਤੋਂ ਪਹਿਲਾਂ ਹੈਲਥ ਕੇਅਰ ਤੇ ਪਬਲਿਕ ਹੈਲਥ ਵਾਲੇ ਜਿਹੜੇ ਵੀ ਬੰਦੇ ਹੈਲਥ ਕੇਅਰ ਦਾ ਕੰਮ ਕਰਦੇ ਨੇ, ਜਿਹੜੇ ਕਿ ਵਰਕਰਸ ਇਨਕਲੂਡਿੰਗ ਦੋਜ਼ ਪਰਸਨਸ ਦੈਟ ਪਰਫਾਰਮ ਕਲੀਨਿਕਲ, ਕ੍ਰਿਟੀਕਲ, ਬਾਇਓਮੈਡੀਕਲ ਐਂਡ ਅਦਰ ਰਿਸਰਚ ਡਿਵੈਲਪਮੈਂਟ ਤੇ ਉਹਦੇ ਨਾਲ ਨਾਲ ਐਮਰਜੈਂਸੀ ਮੈਡੀਕਲ ਸਰਵਿਸਿਜ਼ ਵਾਲੇ ਜਿਹੜੇ ਵਰਕਰ ਹੈਗੇ ਆ। ਉਦੋਂ ਬਾਅਦ ਜਿੰਨੇ ਵੀ ਬੰਦੇ ਵੀ ਕਿਸੇ ਜਿਹੜੀ ਹੈਗੀ ਲੌਂਗ ਟਰਮ ਕੇਅਰ ਫੈਸਿਲਿਟੀ 'ਚ ਕੰਮ ਕਰਦੇ ਆ ਜਾਂ ਜਿਹੜੇ ਓਲਡ ਏਜ ਹੋਮ ਹੁੰਦੇ ਉਹਨਾਂ 'ਚ ਕਰਦੇ ਨੇ, ਹਸਪੀਟਲਾਂ 'ਚ ਕਰਦੇ ਆ,
ਡਾਕਟਰਾਂ ਦੇ ਆਫਿਸਾਂ 'ਚ ਕਰਦੇ ਨੇ, ਇਨ ਪੇਸ਼ੈਂਟ ਆਊਟ ਪੇਸ਼ੈਂਟ, ਉਹ ਜੋ ਵੀ ਇਹੋ ਜਿਹਾ ਕੰਮ ਕਰਦੇ ਆ ਉਹ ਸਾਰੇ ਹੈਲਥ ਵਰਕਰ ਦੇ ਤੌਰ ਤੇ ਇਹਦੇ ਵਿੱਚ ਕਵਰ ਹੋਣਗੇ। ਉਦੋਂ ਬਾਅਦ ਜਿਹੜੇ ਟਰਾਂਸਪੋਰਟੇਸ਼ਨ ਵਾਲੇ ਹੈਗੇ, ਜਿਹੜੇ ਲੋਕੀ ਉਹਨਾਂ ਨੂੰ ਟਰਾਂਸਪੋਰਟ ਕਰਦੇ ਆ ਹੈਲਥ ਵਰਕਰਾਂ ਨੂੰ, ਜਿਹੜੇ ਮਤਲਬ ਟੈਕਸੀਆਂ 'ਚ ਜਾਂ ਮਤਲਬ ਗੱਡੀਆਂ ਦੇ ਵਿੱਚ, ਜਾਂ ਉਹਨਾਂ ਨੇ ਮਤਲਬ ਇਹ ਕਾਰਾਂ ਇਸ ਕੰਮ ਲਈ ਲਾਈਆਂ ਨੇ, ਵੈਨਾਂ ਲਾਈਆਂ ਨੇ, ਉਹ ਜਿਹੜੇ ਬੰਦੇ ਨੇ ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਇਹਦੇ ਨਾਲ ਜਿਹੜਾ ਦੂਜਾ ਗਰੁੱਪ ਉਹ ਹੈਗਾ ਲਾਅ ਐਨਫੋਰਸਮੈਂਟ, ਪਬਲਿਕ ਸੇਫਟੀ ਐਂਡ ਅਦਰ ਫਸਟ ਰਿਸਪੌਂਡਰਸ, ਜਿਹੜੇ ਲਾਅ ਐਨਫੋਰਸਮੈਂਟ ਦੀ ਮਦਦ ਕਰਦੇ ਨੇ ਜਾਂ ਲਾਅ ਐਨਫੋਰਸਮੈਂਟ 'ਚ ਕੰਮ ਕਰਦੇ ਨੇ, ਤੇ ਉਹ ਬੰਦੇ ਸਾਰੇ ਇਹਦੇ 'ਚ ਜਿਹੜੇ ਹੈਗੇ ਆ ਉਹ ਸ਼ਾਮਲ ਹੋਣਗੇ। ਤੇ ਇਹ ਸਾਰੇ ਉਹ ਬੰਦੇ ਨੇ ਜਿਹੜੇ ਕਿ ਲਾਅ ਐਨਫੋਰਸਮੈਂਟ ਜਿਹੜੀ ਕਿ ਪੁਲਿਸ ਆ ਤੇ ਉਹਦੇ ਨਾਲ ਮਤਲਬ ਜੁੜੇ ਨੇ, ਤੇ ਕਿਸੇ ਰੂਪ 'ਚ ਵੀ ਚਾਹੇ ਉਹ ਜੁੜੇ ਹੋਣ। ਤੀਜਾ ਹੈਗਾ ਐਜੂਕੇਸ਼ਨ, ਜਿਹੜੇ ਬੰਦੇ workers who support the education of preschool, K-12, college, university career and technical education and adult education students, including professors, teachers, teacher aides, special education, special needs, ਜਿਹੜੇ ਨੇ ਇਹ ਸਾਰੇ ਬੰਦੇ 'ਚ ਕਵਰ ਹੋਣਗੇ ਜਿਹੜੇ ਐਜੂਕੇਸ਼ਨ ਨਾਲ ਜੁੜੇ ਨੇ। ਐਜੂਕੇਸ਼ਨ ਤੋਂ ਭਾਵ ਹੈ ਵੀ ਜਿਹੜੇ ਸਕੂਲਾਂ 'ਚ ਪੜ੍ਹਾਉਂਦੇ ਆ ਜਾਂ ਸਕੂਲਾਂ 'ਚ ਉੱਦਾਂ ਕੰਮ ਕਰਦੇ ਨੇ ਸਟਾਫ ਦੇ ਤੌਰ ਤੇ ਜਾਂ ਕਾਲਜਾਂ 'ਚ ਪੜ੍ਹਾਉਂਦੇ ਆ ਜਿਹੜੇ ਵੀ ਆ। ਅਗਲਾ ਜਿਹੜਾ ਇੰਪੋਰਟੈਂਟ ਹੈ ਇਹਦੇ 'ਚ ਉਹ ਹੈਗਾ ਜੀ ਫੂਡ ਤੇ ਐਗਰੀਕਲਚਰ। ਤੇ ਫੂਡ ਤੇ ਐਗਰੀਕਲਚਰ ਨਾਲ ਜਿਹੜੇ ਮਤਲਬ ਖੇਤਾਂ 'ਚ ਕੰਮ ਕਰਦੇ ਨੇ ਜਾਂ ਫੂਡ ਸਰਵਿਸਿਜ਼ ਕਰਦੇ ਨੇ ਉਹ ਕਿਹੜੇ ਬੰਦੇ ਨੇ? ਵਰਕਰਸ ਅਨੇਬਲਿੰਗ ਦਾ ਸੇਲ ਆਫ ਹਿਊਮਨ ਫੂਡ, ਐਨੀਮਲ ਫੂਡ, ਪੈਟ ਸਪਲਾਈ ਐਂਡ ਬੈਵਰੇਜ ਪ੍ਰੋਡਕਟਸ ਐਟ ਗਰੋਸਰੀਜ਼, ਫਾਰਮੇਸੀਜ਼, ਕਨਵੀਨੀਅੰਸ ਸਟੋਰਸ ਐਂਡ ਰਿਟੇਲ, including staff in retail, customer support, information technology are all covered। ਜਿਹੜੇ ਵੀ ਬੰਦੇ ਸਟੋਰਾਂ ਤੇ ਕੰਮ ਕਰਦੇ ਨੇ ਜਿੱਥੇ ਫੂਡ ਵਿਕਦਾ, ਜਾਂ ਰੈਸਟੋਰੈਂਟਾਂ 'ਚ ਕੰਮ ਕਰਦੇ ਨੇ ਜਿੱਥੇ ਕਿ ਖਾਣਾ ਬਣਾਇਆ ਜਾਂਦਾ ਤੇ ਵੇਚਿਆ ਜਾਂਦਾ, ਉਹ ਇਹਦੇ ਵਿੱਚ ਕਵਰ ਹੋਣਗੇ। ਦੂਸਰੇ ਰੈਸਟੋਰੈਂਟ ਐਂਡ ਕੁਇਕ ਸਰਵ ਫੂਡ ਆਪਰੇਟਰਸ ਇੰਕਲੂਡਿੰਗ ਡਾਰਕ ਕਿਚਨ, ਫੂਡ ਪ੍ਰੈਪ ਸੈਂਟਰਸ, ਕੈਰੀ ਆਊਟ ਐਂਡ ਡਿਲੀਵਰੀ ਫੂਡ ਵਰਕਰਸ, ਜਿਹੜੇ ਰੈਸਟੋਰੈਂਟਾਂ ਦੇ ਵਿੱਚ ਅੰਦਰ ਕੰਮ ਕਰਦੇ ਨੇ, ਅੰਦਰ ਕਿਚਨ 'ਚ ਜਾਂ ਕਾਊਂਟਰ 'ਤੇ ਕੰਮ ਕਰਦੇ ਨੇ, ਜਾਂ ਉਹ ਜਿਹੜੇ ਹੈਗੇ ਡਿਲੀਵਰੀ ਕਰਦੇ ਆ ਫੂਡ ਦੀ, ਉਹ ਵੀ ਕਵਰ ਹੋਣਗੇ। ਤੀਜਾ ਹੈਗਾ ਜੀ ਜਿਹੜੇ ਫਾਰਮਾਂ 'ਚ ਕੰਮ ਕਰਦੇ ਨੇ, ਫਾਰਮਰਸ, ਫਾਰਮ ਐਂਡ ਰੈਂਚ ਵਰਕਰਸ, ਐਗਰੀ ਬਿਜ਼ਨਸ ਸਪੋਰਟ ਸਰਵਿਸਿਜ਼ ਇੰਕਲੂਡਿੰਗ ਵਰਕਰਸ ਇਨਵੋਲਵਡ ਇਨ ਆਕਸ਼ਨ ਐਂਡ ਸੇਲਸ ਇਨ ਫੂਡ ਆਪਰੇਸ਼ਨਸ, ਜਿਹੜੇ ਬੰਦੇ ਫਾਰਮਾਂ 'ਚ ਕੰਮ ਕਰਦੇ ਨੇ ਜਿੱਥੇ ਫੂਡ ਉਗਾਇਆ ਜਾਂਦਾ, ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਜਿਵੇਂ ਐਗਰੀਕਲਚਰ ਵਰਕਰ ਹੋ ਗਏ। ਫਾਰਮਰਸ, ਫਾਰਮ ਐਂਡ ਰੈਂਚ ਵਰਕਰਸ ਐਂਡ ਸਪੋਰਟ ਸਰਵਿਸਿਜ਼ ਐਂਡ ਸਪਲਾਇਰ ਵਰਕਰਸ ਪ੍ਰੋਡਿਊਸਿੰਗ ਫੂਡ ਸਪਲਾਈਜ਼ ਐਂਡ ਅਦਰ ਐਗਰੀਕਲਚਰ ਇਨਪੁਟਸ, ਜੋ ਵੀ ਖਾਣਾ ਚਾਹੇ ਜਿਹੜਾ ਹਿਊਮਨ ਆਪਣਾ ਬੰਦਿਆਂ ਲਈ ਜਾਂ ਉਹ ਖਾਣਾ ਜਿਹੜਾ ਹੈਗਾ ਉਹ ਹੋਵੇ ਜਾਨਵਰਾਂ ਲਈ, ਜਿਹੜਾ ਵੀ ਉਹਦੇ ਵਿੱਚ ਬਣਾਉਣ ਦੇ ਵਿੱਚ, ਉਗਾਉਣ ਦੇ ਵਿੱਚ ਮਦਦ ਕਰਦਾ, ਜਿਹੜੀ ਚੀਜ਼ ਖਾਣੇ 'ਚ ਯੂਜ਼ ਹੁੰਦੀ ਆ, ਉਹ ਇਹਦੇ 'ਚ ਕਵਰ ਹੋਣਗੇ। ਇਹਦੇ ਨਾਲ ਨਾਲ ਜਿਹੜੇ ਕਿ ਵਰਕਰਸ ਇਨ ਕੈਫਟੇਰੀਆਜ਼ ਯੂਜ਼ ਟੂ ਫੀਡ ਵਰਕਰਸ, ਜਿਹੜੇ ਮਤਲਬ ਕੈਫਟੇਰੀਆ 'ਚ ਕੰਮ ਕਰਦੇ ਨੇ, ਉਹ ਵੀ ਕਵਰ ਹੋਣਗੇ। ਤੇ ਇਹਦੇ ਨਾਲ ਨਾਲ ਜਿਹੜੇ ਟਰਾਂਸਪੋਰਟ ਵਰਕਰਸ, ਜਿਹੜੇ ਕਿ ਜਿਹੜਾ ਐਗਰੀਕਲਚਰ ਦਾ ਸਮਾਨ ਜਿਹੜਾ ਹੈਗਾ ਉਹ ਟਰਾਂਸਪੋਰਟ ਕਰਦੇ ਨੇ, ਜਿਹੜਾ ਸਮਾਨ ਬਣਦਾ ਖੇਤੀਬਾੜੀ ਦਾ ਜਾਂ ਜਿਹੜੀ ਪ੍ਰੋਡਿਊਸ ਆ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਇਹਦੇ ਨਾਲ ਨਾਲ ਜਿਹੜੀ ਅਗਰੀ ਕੈਟਾਗਰੀ ਉਹ ਹੈਗੀ ਐਨਰਜੀ ਦੀ, ਤੇ ਵਰਕਰ ਸਪੋਰਟਿੰਗ ਦਾ ਐਨਰਜੀ ਸੈਕਟਰ, ਜਿਹੜਾ ਐਨਰਜੀ ਸੈਕਟਰ ਹੁੰਦਾ ਉਹਦੇ ਵਿੱਚ ਜਿਹੜੇ ਕੰਮ ਕਰਦੇ ਨੇ, ਉਹ ਜਿਹੜੇ ਉਹਨਾਂ 'ਚ ਕੰਮ ਕਰਦੇ ਆ ਪਾਵਰ ਪਲਾਂਟਾਂ 'ਚ ਜਾਂ ਰਿਮੋਟਲੀ ਕੰਮ ਕਰਦੇ ਨੇ ਜਾਂ ਟਰਾਂਸਪੋਰਟ ਉਹਨਾਂ ਨੂੰ ਕਰਦੇ ਨੇ, ਉਹ ਵੀ ਕਵਰ ਹੋਣਗੇ। ਇਲੈਕਟ੍ਰਿਕ ਇੰਡਸਟਰੀ ਇਸੇ ਤਰ੍ਹਾਂ ਜਿਹੜੇ ਬੰਦੇ ਕੰਮ ਕਰਦੇ ਆ ਉਹਦੇ ਵਿੱਚ, ਉਹ ਚਾਹੇ ਵਰਕਰ ਨੇ ਜਿਹੜੇ ਕਿ ਇਲੈਕਟ੍ਰਿਕਸਿਟੀ ਨੂੰ ਮੇਨਟੇਨ ਕਰਨ 'ਚ ਜਾਂ ਉਹਨੂੰ ਜਿਹੜਾ ਹੈਗਾ ਉਹ ਅੱਗੇ ਉਹਦੀ ਦੇਖਭਾਲ 'ਚ ਕੰਮ ਕਰਦੇ ਨੇ, ਜਾਂ ਉਹ ਕੋਲ ਮਾਈਨਾਂ 'ਚ ਕੰਮ ਕਰਦੇ ਆ, ਤੇ ਜਾਂ ਉਹਨਾਂ ਨੂੰ ਜਿਹੜੇ ਹੈਗੇ ਟਰਾਂਸਪੋਰਟੇਸ਼ਨ ਦਿੰਦੇ ਆ, ਉਹ ਵੀ ਕਵਰ ਹੋਣਗੇ। ਤੇ ਪੈਟਰੋਲੀਅਮ ਇੰਡਸਟਰੀ ਵੀ ਇਸੇ ਤਰ੍ਹਾਂ ਹੀ ਜਿਹੜੇ ਉਹਦੇ ਨਾਲ ਕੰਮ ਕਰਦੇ ਨੇ ਜਿੱਥੇ ਕਿ ਡਰਿਲਿੰਗ ਹੁੰਦੀ ਆ ਪੈਟਰੋਲੀਅਮ ਦੀ ਗੈਸ ਦੀ, ਉਹ ਵੀ ਇਹ 'ਚ ਕਵਰ ਹੋਣਗੇ। ਫਿਰ ਹੈਗਾ ਨੈਚੁਰਲ ਗੈਸ ਲਿਕੁਇਡਸ, ਪ੍ਰੋਪੇਨ, ਉਹਦੇ ਨਾਲ ਵੀ ਜਿਹੜੇ ਬੰਦੇ ਇਸ ਇੰਡਸਟਰੀ ਨਾਲ ਜੁੜੇ ਆ, ਇਹਨਾਂ ਦੀ ਜਿਹੜੀ ਹੈਗੀ ਟਰੱਕਾਂ 'ਚ ਟਰਾਂਸਪੋਰਟੇਸ਼ਨ ਕਰਦੇ ਆ, ਜਾਂ ਜਿੱਥੇ ਇਹ ਸਾਰੀਆਂ ਗੈਸਿਸ ਬਣਦੀਆਂ ਨੇ ਉੱਥੇ ਕੰਮ ਕਰਦੇ ਨੇ ਪਲਾਂਟਾਂ 'ਚ, ਉਹ ਵੀ ਕਵਰ ਹੋਣਗੇ। ਇਹਦੇ ਨਾਲ ਨਾਲ ਹੈਗਾ ਵਾਟਰ ਐਂਡ ਵੇਸਟ ਵਾਟਰ, ਜਿਹੜੇ ਕਿ ਵਾਟਰ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਕੰਮ ਕਰਦੇ ਨੇ, ਕਿ ਪਾਣੀ ਦੀਆਂ ਟੈਂਕੀਆਂ ਜਾਂ ਪਾਣੀ ਦਾ ਜਿਹੜਾ ਇੱਥੇ ਉਹਦਾ ਪਾਣੀ ਜਿਹੜਾ ਹੈਗਾ ਗਾਂਹ ਡਿਸਟਰੀਬਿਊਟ ਹੁੰਦਾ ਲੋਕਾਂ ਨੂੰ ਕਿਸੇ ਤਰ੍ਹਾਂ ਵੀ, ਜਿਹੜਾ ਉਹਦੇ ਵਿੱਚ ਕੰਮ ਕਰਦੇ ਨੇ, ਜਾਂ ਜਿਹੜੀਆਂ ਨਹਿਰਾਂ ਹੁੰਦੀਆਂ, ਡੈਮ ਹੁੰਦੇ ਆ, ਉਹਨਾਂ ਨਾਲ ਰਿਲੇਟਡ ਕੰਮ ਹੈ ਜਿਨ੍ਹਾਂ ਦਾ। ਅਗਲਾ ਆ ਗਿਆ ਜੀ ਜਿਹੜਾ ਕਿ ਆਪਣੀ ਕਮਿਊਨਿਟੀ ਲਈ ਕਾਫੀ ਇੰਪੋਰਟੈਂਟ ਉਹ ਹੈਗਾ ਟਰਾਂਸਪੋਰਟੇਸ਼ਨ। ਜਿਹੜੇ ਬੰਦੇ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਨੇ, ਟਰੱਕ ਡਰਾਈਵਰ ਨੇ, ਤੇ ਉਹਨਾਂ ਦੇ ਡਿਸਪੈਚਰ, ਉਹਨਾਂ ਦੇ ਜਿਹੜੇ ਰਿਪੇਅਰ ਟੈਕਨੀਸ਼ੀਅਨਸ, ਜਿਹੜੇ ਕਿ ਜਿਹੜੀਆਂ ਹੈਗੀਆਂ ਟਰੱਕ ਰਿਪੇਅਰ ਫੈਸਿਲਿਟੀਜ਼, ਜਿਹੜੀਆਂ ਹੈਗੀਆਂ ਟਰੱਕ ਰਿਪੇਅਰ ਵਰਕਸ਼ਾਪਸ, ਉੱਥੇ ਕੰਮ ਕਰਦੇ ਨੇ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਵਰਕਰ ਸਪੋਰਟਿੰਗ ਔਰ ਅਨੇਬਲਿੰਗ ਟਰਾਂਸਪੋਰਟੇਸ਼ਨ ਐਂਡ ਲੌਜਿਸਟਿਕਸ ਫੰਕਸ਼ਨਸ ਇੰਕਲੂਡਿੰਗ ਟਰੱਕ ਡਰਾਈਵਰਸ, ਬੱਸ ਡਰਾਈਵਰਸ, dispatchers, maintenance and repair technicians, warehouse workers,
ਟਰੱਕ ਸਟਾਪ ਐਂਡ ਰੈਸਟ ਏਰੀਆ ਵਰਕਰਸ, ਜਿਹੜੇ ਲੋਕੀ ਟਰੱਕ ਸਟਾਪਾਂ ਤੇ ਜਾਂ ਰੈਸਟ ਏਰੀਆ 'ਚ ਕੰਮ ਕਰਦੇ ਨੇ ਉਹ ਵੀ ਕਵਰ ਹੋਣਗੇ। ਡਰਾਈਵਰ ਟ੍ਰੇਨਿੰਗ ਐਂਡ ਐਜੂਕੇਸ਼ਨ ਸੈਂਟਰ, ਜਿਹੜੇ ਡਰਾਈਵਰ ਟ੍ਰੇਨਿੰਗ ਸਕੂਲਾਂ 'ਚ ਕੰਮ ਕਰਦੇ ਨੇ ਉਹ ਵੀ ਕਵਰ ਹੋਣਗੇ। ਤੇ ਡੀਐਮਵੀ ਦੇ ਵਰਕਰ ਕਵਰ ਹੋਣਗੇ। ਤੇ ਜਿਹੜੇ ਵਰਕਰ ਸਪੋਰਟਿੰਗ ਦ ਡਿਸਟ੍ਰੀਬਿਊਸ਼ਨ ਆਫ ਫੂਡ, ਫਿਊਲ, ਫਾਰਮਾਸਿਊਟੀਕਲਸ ਐਂਡ ਮੈਡੀਕਲ ਮਟੀਰੀਅਲ, ਜਿਹੜੇ ਕਿ ਜਿਹੜਾ ਇਸ ਕਿਸਮ ਦਾ ਮਟੀਰੀਅਲ ਆ ਉਹਨੂੰ ਟਰਾਂਸਪੋਰਟ ਕਰਦੇ ਨੇ ਟਰੱਕਾਂ 'ਚ, ਉਹ ਵੀ ਇਹ 'ਚ ਕਵਰ ਹੋਣਗੇ। ਉਦੋਂ ਬਾਅਦ ਜਿਹੜੇ ਵਰਕਰ ਅਸੈਂਸ਼ੀਅਲ ਹਾਈਵੇ ਜਿਹੜਾ ਹੁੰਦਾ ਇਨਫਰਾਸਟਰਕਚਰ ਇੰਕਲੂਡਿੰਗ ਰੋਡ, ਬ੍ਰਿਜਸ, ਟਨਲ, ਜਿਹੜੇ ਆ ਮਿੱਟੀ ਢੋਣ ਦਾ ਕੰਮ ਕਰਦੇ ਨੇ, ਜਾਂ ਜਿਵੇਂ ਹੁਣ ਸੜਕਾਂ ਬਣ ਰਹੀਆਂ ਨੇ ਜਾਂ ਕੋਈ ਹਾਈਵੇ ਬਣ ਰਿਹਾ ਉੱਥੇ ਟਰੱਕਾਂ 'ਤੇ ਕੰਮ ਕਰਦੇ ਨੇ, ਉਹ ਵੀ ਕਵਰ ਹੋਣਗੇ। ਤੇ ਉਸ ਤੋਂ ਇਲਾਵਾ ਜਿਹੜੇ ਵੇਅਰ ਹਾਊਸਾਂ ਦੇ ਵਿੱਚ ਕੰਮ ਕਰਦੇ ਨੇ, ਚਾਹੇ ਆਪ ਕੰਮ ਕਰਦੇ ਆ ਚਾਹੇ ਉਹ ਟਰੱਕ ਤੇ ਸਮਾਨ ਵੇਅਰ ਹਾਊਸਾਂ ਡਿਲੀਵਰ ਕਰਦੇ ਲੈ ਕੇ ਜਾਂਦੇ ਆ, ਉਹ ਵੀ ਕਵਰ ਹੋਣਗੇ। ਤੇ ਜਿਹੜੇ ਪੁਲਿਸ ਦੀ ਜਾਂ ਹੋਰ ਉਹਦੀ ਸਰਕਾਰ ਦੀ ਮਦਦ ਕਰਦੇ ਨੇ ਉਹ ਵੀ ਕਵਰ ਹੋਣਗੇ। ਅਗਲਾ ਹੈਗਾ ਜੀ ਵਹੀਕਲ ਰਿਪੇਅਰ, ਮੇਨਟੇਨੈਂਸ ਐਂਡ ਟਰਾਂਸਪੋਰਟੇਸ਼ਨ ਇਕੁਇਪਮੈਂਟ ਮੈਨੂਫੈਕਚਰਿੰਗ, ਜਿਹੜੇ ਕਿ ਗੱਡੀਆਂ ਦੀ ਰਿਪੇਅਰ ਕਰਦੇ ਨੇ ਜਾਂ ਟਰੱਕਾਂ ਦੀ ਰਿਪੇਅਰ ਕਰਦੇ ਨੇ, ਰਿਪੇਅਰ ਸ਼ਾਪਾਂ ਵਾਲੇ, ਉਹ ਵੀ ਕਵਰ ਹੋਣਗੇ। ਤੇ ਉਸ ਤੋਂ ਬਾਅਦ ਜਿਹੜੇ ਕਿ ਟਰਾਂਸਪੋਰਟ ਕਰਦੇ ਨੇ ਕੈਮੀਕਲਸ ਨੂੰ ਜਾਂ ਮੈਡੀਕਲ ਜਾਂ ਹੋਰ ਜਿਹੜਾ ਵੇਸਟ ਮਟੀਰੀਅਲ ਆ, ਜਿਹੜੇ ਕਿ ਉਹ ਸਮਾਨ ਟਰੱਕਾਂ ਤੇ ਜਾਂ ਹੋਰਾਂ ਗੱਡੀਆਂ 'ਚ ਕਰਦੇ ਨੇ ਵੱਡੀਆਂ ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਉਸ ਤੋਂ ਇਲਾਵਾ ਜਿਹੜੇ ਵੇਅਰ ਹਾਊਸ ਆਪਰੇਟਰ, ਵੈਂਡਰ, ਸਪੋਰਟ ਪਰਸਨਲ, ਜਿਹੜੇ ਕਿ ਜਿਹੜਾ ਬਿਜ਼ਨਸ ਜਿਵੇਂ ਹੀਟਿੰਗ ਦਾ, ਵੈਂਟੀਲੇਸ਼ਨ ਦਾ, ਏਅਰ ਕੰਡੀਸ਼ਨਿੰਗ ਦਾ ਹੁੰਦਾ, ਇਹਦੀ ਲੋੜ ਹੁੰਦੀ ਆ, ਘਰਾਂ 'ਚ ਵੀ ਹੁੰਦੀ ਆ, ਗੱਡੀਆਂ 'ਚ ਵੀ ਹੁੰਦੀ ਆ, ਜਿਹੜੇ ਇਹ ਕੰਮ ਕਰਦੇ ਨੇ ਇਹਦੇ ਮਕੈਨਿਕ ਨੇ ਜਾਂ ਉਹਦੀ ਜਿਹੜੀ ਹੈਗੀ ਟਰਾਂਸਪੋਰਟੇਸ਼ਨ ਕਰਦੇ ਸਮਾਨ ਦੀ, ਉਹ ਵੀ ਕਵਰ ਹੋਣਗੇ। ਅਗਲਾ ਹੈਗਾ ਜੀ ਪਬਲਿਕ ਵਰਕ ਐਂਡ ਇਨਫਰਾਸਟਰਕਚਰ ਸਪੋਰਟ, ਜਿਹੜੇ ਬੰਦੇ ਪਬਲਿਕ ਜਿਹੜੇ ਮਤਲਬ ਸੈਕਟਰ ਦਾ ਕੰਮ ਹੈ, ਪੁਲਾਂ ਦਾ, ਵਾਟਰ ਦਾ, ਸੀਵਰੇਜ ਦਾ, ਉੱਥੇ ਕੰਮ ਕਰਦੇ ਨੇ, ਉਹ ਵੀ ਕਵਰ ਹੋਣਗੇ। ਉਦੋਂ ਬਾਅਦ ਹੈਗਾ ਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਟੈਕਨੋਲੋਜੀ, ਜਿਹੜੇ ਬੰਦੇ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਜਿਵੇਂ ਜਿਹੜਾ ਵਾਇਰਲੈਸ ਪ੍ਰੋਵਾਈਡਰ ਹੋ ਗਏ ਜਾਂ ਕੇਬਲ ਜਿਹੜੀ ਹੈਗੀ ਸੈਟੇਲਾਈਟ ਪ੍ਰੋਵਾਈਡਰ ਉੱਥੇ ਕਰਦੇ ਨੇ, ਉਹ ਵੀ ਕਵਰ ਹੋਣਗੇ। ਤੇ ਉਸ ਤੋਂ ਬਾਅਦ ਹੈਗਾ ਜੀ ਜਿਹੜੇ ਇਨਫੋਰਮੇਸ਼ਨ ਟੈਕਨੋਲੋਜੀ, ਜਿਹੜੇ ਕਿ ਬਰੋਡਕਾਸਟ ਜਿਹੜੇ ਮਤਲਬ ਹੁੰਦੀ ਆ, ਜਿਵੇਂ ਕਿ ਨਿਊਜ਼ ਚੈਨਲਸ ਨੇ ਉਹਨਾਂ ਨਾਲ ਕੰਮ ਕਰਦੇ ਨੇ, ਤੇ ਜਾਂ ਜਿਹੜੇ ਹੈਗੇ ਆ ਉਹ ਉਹਨਾਂ ਜਿਹੜਾ ਸਿਸਟਮ ਹੈਗਾ ਉਹਦੇ ਐਡਮਿਨਿਸਟ੍ਰੇਟਰ ਨੇ, ਜਾਂ HVAC ਤੇ ਇਲੈਕਟ੍ਰੀਕਲ ਇੰਜੀਨੀਅਰ ਨੇ, ਤੇ ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਇਹਦੇ ਨਾਲ ਨਾਲ ਹੈਗੇ ਜੀ ਅਦਰ ਕਮਿਊਨਿਟੀ ਔਰ ਗਵਰਨਮੈਂਟ ਬੇਸਡ ਆਪਰੇਸ਼ਨਸ ਐਂਡ ਐਸੈਂਸ਼ੀਅਲ ਜਿਹੜੇ ਹੈਗੇ ਵਰਕਰਸ, ਇਹਦੇ 'ਚ ਉਹ ਨੇ ਜਿਹੜੇ ਇਲੈਕਸ਼ਨਾਂ ਜਦੋਂ ਹੁੰਦੀਆਂ ਉਹਦੇ ਸਪੋਰਟ ਕਰਦੇ ਆ, ਜੁਡੀਸ਼ੀਅਲ ਸਿਸਟਮ ਦੇ ਵਿੱਚ ਜਿਹੜੇ ਸਪੋਰਟ ਕਰਦੇ ਨੇ, ਜਿਹੜੇ ਕੋਰਟਾਂ ਦੇ ਵਿੱਚ ਲੱਗੇ ਨੇ, ਕੋਈ ਵਕੀਲ ਹੈ, ਕੋਈ ਜੱਜ ਹੈ, ਜਾਂ ਜਿਹੜੇ ਲੀਗਲ ਅਸਿਸਟੈਂਸ ਜਿਹੜੀ ਹੈਗੀ ਪ੍ਰੋਵਾਈਡ ਕਰਦੇ ਨੇ ਕੋਰਟਾਂ ਜਾਂ ਵਕੀਲਾਂ ਨੂੰ, ਉਹ ਵੀ ਇਹ 'ਚ ਕਵਰ ਹੋਣਗੇ। ਉਸ ਤੋਂ ਇਲਾਵਾ ਜਿਹੜੇ ਵੈਦਰ ਫੋਰਕਾਸਟਰ ਨੇ, ਜਾਂ ਇਹਦੇ 'ਚ ਇੱਕ ਹੋਰ ਕੈਟਾਗਰੀ ਉਹ ਹੈਗੀ ਆ ਕਲਰਜੀ ਤੇ ਅਦਰ ਅਸੈਂਸ਼ੀਅਲ ਸਪੋਰਟ ਫॉर ਹਾਊਸਸ ਆਫ ਵਰਸ਼ਿਪ, ਜਿਹੜੇ ਗੁਰਦੁਆਰਿਆਂ ਤੇ ਮੰਦਰਾਂ 'ਚ ਜਾਂ ਚਰਚਾਂ 'ਚ ਕੰਮ ਕਰਦੇ ਨੇ, ਜਿਹੜੇ ਗੁਰਦੁਆਰਿਆਂ 'ਚ ਕੰਮ ਕਰਦੇ ਨੇ ਜਾਂ ਹੋਰ ਧਾਰਮਿਕ ਸਥਾਨਾਂ ਤੇ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਉਸ ਤੋਂ ਇਲਾਵਾ ਜਿਹੜੇ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਰੀਅਲ ਸਟੇਟ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਨੇ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਫਿਰ ਅੱਗੇ ਹੈਗਾ ਜੀ ਜਿਹੜੇ ਕਿ ਇਹੋ ਜਿਹੀ ਮੈਨੂਫੈਕਚਰਿੰਗ ਕਰਦੇ ਨੇ ਜਿਹੜੀ ਕ੍ਰਿਟੀਕਲ ਆ, ਜੋ ਕਿ ਬੜੀ ਇੰਪੋਰਟੈਂਟ ਹੈਗੀ ਆ ਆਪਣੇ ਕੰਟਰੀ ਵਾਸਤੇ, ਜਿਹੜੀਆਂ ਫੂਡ ਸਪਲਾਈ ਚੇਨਾਂ ਹੁੰਦੀਆਂ ਜਾਂ ਮਾਈਨਿੰਗ ਆ ਜਾਂ ਇਹੋ ਜਿਹੇ ਮੈਟਲਸ ਹੁੰਦੇ ਨੇ, ਸੈਮੀ ਕੰਡਕਟਰਸ ਹੁੰਦੇ ਨੇ, ਉਹ ਕੰਮ ਕਰਦੇ ਨੇ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਫਿਰ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਰੀਅਲ estate 'ਚ ਕੰਮ ਕਰਦੇ ਨੇ, ਜਾਂ ਜਿਹੜੇ ਮੌਰਗੇਜ ਜਿਹੜੇ ਉਹ 'ਚ ਕਰਦੇ ਨੇ, ਜਾਂ ਬੈਂਕਾਂ 'ਚ ਕੰਮ ਕਰਦੇ ਨੇ, ਜਿਹੜੇ ਬੈਂਕ EMPLOYE ਨੇ, ਕੋਈ ਉਹਨਾਂ ਕੋਲੇ ਗ੍ਰੀਨ ਕਾਰਡ ਨਹੀਂ, ਉਹ ਵੀ ਇਹ 'ਚ ਕਵਰ ਹੋ ਸਕਦੇ ਨੇ। ਤੇ ਜਿਹੜੇ ਕੈਮੀਕਲ ਪਲਾਂਟਾਂ 'ਚ ਕੰਮ ਕਰਦੇ ਨੇ, ਉਹ ਵੀ ਕਵਰ ਹੋ ਸਕਦੇ ਨੇ। ਤੇ ਫਿਰ ਹੈਗਾ ਜੀ ਇਹ 'ਚ ਡਿਫੈਂਸ ਇੰਡਸਟਰੀਅਲ ਬੇਸ, ਜਿਹੜੇ ਕਿ ਕੋਈ ਮਤਲਬ ਸਰਕਾਰ ਦੀ ਜਿਹੜੀ ਹੈਗੀ ਡਿਫੈਂਸ ਨਾਲ ਰਿਲੇਟਡ ਆ, ਉਹਦੇ 'ਚ ਕੰਮ ਕਰਦੇ ਆ, ਤੇ ਇਹ ਕਮਰਸ਼ੀਅਲ ਫੈਸਿਲਿਟੀ 'ਚ ਕੰਮ ਕਰਦੇ ਨੇ। ਹੁਣ ਜਿਹੜਾ ਕਮਰਸ਼ੀਅਲ ਫੈਸਿਲਿਟੀ ਆ, ਇਹਦੇ 'ਚ ਹੈਗਾ ਜੀ ਵਰਕਰਸ ਹੂ ਸਪੋਰਟ ਦ ਸਪਲਾਈ ਚੇਨ ਆਫ ਬਿਲਡਿੰਗ ਮਟੀਰੀਅਲ ਫਰੋਮ ਪ੍ਰੋਡਕਸ਼ਨ ਥਰੂ ਐਪਲੀਕੇਸ਼ਨ ਐਂਡ ਇੰਸਟਾਲੇਸ਼ਨ ਇੰਕਲੂਡਿੰਗ ਕੈਬਨਿਟਸ, ਫਿਕਸਚਰਸ, ਡੋਰ, ਸੀਮੈਂਟ, ਹਾਰਡਵੇਅਰ, ਪਲੰਬਿੰਗ, ਜਿਹੜੇ ਕਿ ਇਸ ਕਿਸਮ ਦਾ ਕੰਮ ਕੰਸਟਰਕਸ਼ਨ ਦਾ ਕਰਦੇ ਹੈਗੇ ਆ, ਉਹ ਕਵਰ ਹੋਣਗੇ। ਤੇ ਜਿਹੜੇ ਹੈਗੇ ਆ ਵਰਕਰ ਸਪੋਰਟਿੰਗ ਈ ਕਮਰਸ ਆਫ ਅਸੈਂਸ਼ੀਅਲ ਗੁੱਡਸ ਐਂਡ ਡਿਸਟ੍ਰੀਬਿਊਸ਼ਨ, ਵੇਅਰ ਹਾਊਸ, ਕਾਲ ਸੈਂਟਰ, ਉਹ ਵੀ ਕਵਰ ਹੋਣਗੇ। ਵਰਕਰਸ ਇਨ ਰਿਟੇਲ ਐਂਡ ਨਾਨ ਰਿਟੇਲ ਬਿਜ਼ਨਸਿਸ ਐਂਡ ਨੈਸੈਸਰੀ ਮਰਚੈਂਟ, ਹੋਲਸੇਲਰਸ, ਡਿਸਟ੍ਰੀਬਿਊਟਰਸ, ਉਹ ਵੀ ਕਵਰ ਹੋਣਗੇ। ਜਿਹੜੇ ਬੰਦੇ ਕਿ ਰਿਟੇਲ ਤੇ ਨਾਨ ਰਿਟੇਲ ਦੇ ਸਟੋਰਾਂ 'ਤੇ ਕੰਮ ਕਰਦੇ ਨੇ, ਉਹ ਵੀ ਇਹਦੇ ਵਿੱਚ ਕਵਰ ਹੋਣਗੇ। ਤੇ ਬਾਕੀ ਇਹਦੇ 'ਚ ਜਿਹੜੇ ਹੈਗੇ ਰੈਜ਼ੀਡੈਂਸ਼ੀਅਲ ਸ਼ੈਲਟਰ ਫੈਸਿਲਿਟੀ 'ਚ ਕੰਮ ਕਰਦੇ ਨੇ, ਕਈ ਬੰਦੇ ਜਿਹੜੇ ਕਿ ਹੋਮਲੈਸ ਬੰਦਿਆਂ ਦੀ ਕੇਅਰ ਕਰਦੇ ਨੇ, ਜਾਂ ਇਹ ਜਿਹੜੀ ਇਸ ਫੈਸਿਲਿਟੀਜ਼ ਆ, ਉਹ ਵੀ ਕਵਰ ਹੋਣਗੇ। ਸੋ ਇਹ ਲਿਸਟ ਹੈ। ਇਹਦੇ ਵਿੱਚ ਮੇਰਾ ਨਹੀਂ ਖਿਆਲ ਵੀ ਕੋਈ ਬੰਦਾ ਹੋਊਗਾ ਜਿਹੜਾ ਕਵਰ ਨਹੀਂ ਹੋਊਗਾ। ਇਹਦੇ 'ਚ ਤਕਰੀਬਨ ਜਿਹੜੇ ਕਿ ਟਰੱਕ ਡਰਾਈਵਰਸ ਨੇ, ਜਾਂ ਜਿਹੜੇ ਹੈਗੇ ਵੈਨ ਡਰਾਈਵਰਸ ਨੇ, ਉਹ ਸਾਰੇ ਕਵਰ ਹੋਣਗੇ। ਜਿਹੜੇ ਹੈਗੇ ਆ ਬੱਸਾਂ ਚਲਾਉਂਦੇ ਆ, ਉਹ ਕਵਰ ਹੋਣਗੇ। ਜਿਹੜੇ ਖੇਤਾਂ 'ਚ ਕੰਮ ਕਰਦੇ ਨੇ,
ਜਾਂ ਉਹ ਕਵਰ ਹੋਣਗੇ ਜਿਹੜੇ ਸਟੋਰਾਂ ਤੇ ਕੰਮ ਕਰਦੇ ਨੇ, ਮਤਲਬ ਗੈਸ ਸਟੇਸ਼ਨਾਂ ਤੇ, ਸਟੋਰਾਂ ਤੇ, ਰਿਟੇਲ ਤੇ, ਉਹ ਕਵਰ ਹੋਣਗੇ। ਜਿਹੜੇ ਰੈਸਟੋਰੈਂਟਾਂ 'ਚ ਕੰਮ ਕਰਦੇ ਨੇ ਉਹ ਕਵਰ ਹੋਣਗੇ। ਸੋ ਇਹ ਬਹੁਤ ਹੀ ਵੱਡੀ ਵਿਸ਼ਾਲ ਜਿਹੜੀ ਹੈਗੀ ਆ ਇਹ ਲਿਸਟ ਹੈਗੀ ਆ। ਤੇ ਇਹਦੇ 'ਚ ਕਹਿਣ ਨੂੰ ਤਾਂ ਹੈਗਾ ਵੀ ਇਹ ਹੋਣਗੇ ਜੀ ਜਿਹੜੇ ਹੈਗੇ ਆ ਆਪਣੇ ਇਨਫਰਾਸਟ੍ਰਕਚਰ ਵਰਕਰਸ, ਲੇਕਿਨ ਅਸੈਂਸ਼ੀਅਲ ਵਰਕਰਸ। ਪਰ ਇਹਨਾਂ ਦੇ ਵਿੱਚ ਹਰ ਜਿਹੜੀ ਫੀਲਡ ਆ, ਡਾਕਟਰਾਂ ਤੋਂ ਲੈ ਕੇ ਨਰਸਾਂ ਤੋਂ ਲੈ ਕੇ ਜਿਹੜੇ ਹੈਲਥ ਕੇਅਰ 'ਚ ਕੰਮ ਕਰਦੇ ਨੇ, ਟਰੱਕਾਂ ਵਾਲੇ ਹੋ ਗਏ, ਟੈਕਸੀਆਂ ਵਾਲੇ ਹੋ ਗਏ, ਉਦੋਂ ਬਾਅਦ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਜਿਹੜੇ ਵੇਅਰ ਹਾਊਸਾਂ 'ਚ ਕੰਮ ਕਰਦੇ ਨੇ, ਜਿਹੜੇ ਰਿਪੇਅਰ ਸ਼ਾਪਾਂ ਚਲਾਉਂਦੇ ਨੇ ਟਰੱਕਾਂ ਦੀਆਂ, ਤੇ ਉਹਦੇ ਨਾਲ ਜਿਹੜੇ ਹੋਰ ਕਿਸੇ ਕਿਸਮ ਦਾ ਜਿਵੇਂ ਕੋਈ ਮੀਡੀਆ 'ਚ ਕੰਮ ਕਰਦੇ ਆ, ਉਹ ਸਾਰੇ ਬੰਦੇ ਇਹਦੇ ਵਿੱਚ ਕਵਰ ਹੋਣਗੇ। ਸੋ ਇੰਨਾ ਕੁਝ ਕਵਰ ਜੇ ਇਹ ਪਾਸ ਹੁੰਦਾ ਤਾਂ ਹੀ ਇਸ ਹਿਸਾਬ ਨਾਲ ਕਹਿ ਰਹੇ ਆ ਵੀ 8 ਮਿਲੀਅਨ ਬੰਦਾ ਇਹਦੇ ਨਾਲ ਅਮਰੀਕਾ ਦੇ ਵਿੱਚ ਪੱਕਾ ਹੋ ਸਕਦਾ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਇਹ ਹਾਊਸ ਦੀ ਜਿਹੜੀ ਮਤਲਬ ਕਮੇਟੀ ਲਾਅ ਬਣਾਉਂਦੀ ਆ, ਉਹਨੇ ਪਾਸ ਕਰਤਾ ਇਹ, ਤੇ ਹੁਣ ਹਾਊਸ ਦੇ ਵਿੱਚ ਤੇ ਵੋਟ ਹੋਏਗੀ, ਫਿਰ ਇਹ ਜਾਣੀ ਕਿ ਸੈਨੇਟ ਜਾਏ, ਤੇ ਸੈਨੇਟ ਵਾਲੇ ਆਪਣੀ ਵਰਸ਼ਨ ਪਾਸ ਕਰ ਰਹੇ ਨੇ। ਤੇ ਉਹਨਾਂ ਦੇ ਵਿੱਚ ਜੇ ਫਰਕ ਹੋਏਗਾ ਕੁਛ ਤੇ ਇਹਨਾਂ ਦੋਹਾਂ ਦੇ ਵਿੱਚ, ਤਾਂ ਉਹਦੇ 'ਚ ਇੱਕ ਰੀਕਨਸੀਲੇਸ਼ਨ, ਉਹਨਾਂ ਦੀ ਆਪਣੀ ਮੀਟਿੰਗ ਹੋਊਗੀ ਆਪਸ ਦੇ ਵਿੱਚ, ਉਹਦੇ ਵਿੱਚ ਇਹ ਪਾਸ ਹੋਊਗਾ। ਹੁਣ ਉਹ ਦੇਖ ਰਹੇ ਆ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਆ ਉਹਦੇ ਵੱਲ ਵੀ ਉਹਦਾ ਕੀ ਡਿਸੀਜਨ ਆਏਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਸੈਨੇਟ ਦੀ ਮਤਲਬ ਮੈਜੋਰਟੀ ਇਹਨਾਂ ਕੋਲ ਹੈਗੀ ਆ। ਹੁਣ 50 ਸੀਟਾਂ ਹੈਗੀਆਂ ਡੈਮੋਕ੍ਰੇਟਾਂ ਕੋਲ, ਇੱਕ ਵਾਈਸ ਪ੍ਰੈਜ਼ੀਡੈਂਟ ਦੀ ਪਾ ਕੇ 51, ਤੇ 51 ਸੈਨੇਟ ਦੇ ਵਿੱਚ, ਤੇ ਮਤਲਬ ਹਾਊਸ ਦੇ ਵਿੱਚ ਵੀ ਸਿੰਪਲ ਮੈਜੋਰਟੀ ਨਾਲੇ ਪਾਸ ਹੋ ਸਕਦਾ। ਬਹੁਤ ਵੱਡਾ ਇਮੀਗ੍ਰੇਸ਼ਨ ਦਾ ਬਿੱਲ ਆ। ਇਹਦੇ 'ਚ ਮੇਰਾ ਨਹੀਂ ਖਿਆਲ ਵੀ ਕੋਈ ਵੀ ਬੰਦਾ ਰਹਿ ਗਿਆ। ਤੇ ਇਹਦੇ 'ਚ ਉਹਨਾਂ ਨੇ ਇਸ ਤਰੀਕੇ ਨਾਲ ਇਹ ਕਹਿਣ ਦੀ ਬਜਾਏ ਵੀ ਜਨਰਲ ਅਮਨੈਸਟੀ ਸਾਰੇ ਪੱਕੇ ਕਰ ਦਿਆਂਗੇ, ਉਹਨਾਂ ਨੇ ਕੰਮਾਂ ਨਾਲ ਜੋੜ ਕੇ ਕੀਤਾ, ਕਿਉਂਕਿ ਕੰਮਾਂ ਦਾ ਇਕਨੋਮੀ ਨੂੰ ਫਾਇਦਾ ਹੁੰਦਾ ਵੀ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਸਾਡੀ ਇਕਨੋਮੀ ਨੂੰ ਇੰਪਰੂਵ ਕਰ ਰਹੇ ਨੇ, ਉਹਨਾਂ ਰਾਹੀਂ ਪੈਸਾ ਆ ਰਿਹਾ, ਤੇ ਇਸ ਕਰਕੇ ਇਹਨਾਂ ਨੇ ਬਜਟ ਦੇ ਨਾਲ ਜੋੜ ਕੇ ਇਹਨੂੰ ਜਿਹੜਾ ਕੀਤਾ। ਸੋ ਇਹ ਹੁਣ ਇੰਪੋਰਟੈਂਟ ਡਿਵੈਲਪਮੈਂਟ ਆ। ਇਹਦੇ ਬਾਰੇ ਮੈਂ ਤੁਹਾਨੂੰ ਜਿਵੇਂ ਜਿਵੇਂ ਨਵੀਂ ਜਿਹੜੀ ਹੈਗੀ ਆ ਉਹ ਆਊਗੀ ਖਬਰ, ਉਹ ਮੈਂ ਦੱਸੂਗਾ। ਅਗਲੀ ਖਬਰ ਇੰਪੋਰਟੈਂਟ ਇਹ ਹੈਗੀ ਆ ਕਿ ਪਿੱਛੇ ਜੇ ਇਹਨਾਂ ਨੇ ਜਿਹੜਾ ਬੈਨ ਲਾਇਆ ਸੀਗਾ, ਇਹ ਸਰਕਾਰ ਨੇ ਲੋਕਾਂ ਨੂੰ ਡਿਪੋਰਟ ਕਰਨ ਤੇ ਪਾਲਿਸੀ ਬਣਾਈ ਸੀ, ਉਹਨੂੰ ਇੱਕ ਜੱਜ ਨੇ ਰੋਕਤਾ ਸੀਗਾ। ਇਹਨਾਂ ਨੇ ਅਪੀਲ ਕੀਤੀ ਸਰਕਟ ਕੋਰਟ 'ਚ, ਤੇ ਉਹ ਸਰਕਟ ਕੋਰਟ ਨੇ ਹੁਣ ਸਰਕਾਰ ਦੇ ਹੱਕ 'ਚ ਫੈਸਲਾ ਕੀਤਾ, ਤੇ ਉਹਨਾਂ ਨੇ ਉਹ ਜੱਜ ਨੂੰ ਰੋਕਤਾ। ਸੋ ਹੁਣ ਉਹ ਜਿਹੜੀ ਨੀਤੀ ਹੈਗੀ ਉਹ ਦੁਬਾਰਾ ਫੇਰ ਲਾਗੂ ਹੋ ਗਈ ਆ ਕਿ ਇਹ ਇੱਥੇ ਜਿਹੜੇ ਬੰਦਿਆਂ ਨੇ ਕ੍ਰਾਈਮ ਕੀਤਾ, ਜਾਂ ਜਿਹੜੇ ਨਵੰਬਰ 2020 ਤੋਂ ਪਹਿਲਾਂ ਆਏ ਨੇ, ਜਾਂ ਜਿਹੜੇ ਅਮਰੀਕਾ ਦੀ ਸਿਕਿਉਰਿਟੀ ਨੂੰ ਥ੍ਰੈਟ ਨੇ, ਉਹੀ ਡਿਪੋਰਟ ਹੋਣਗੇ, ਦੂਜੇ ਬੰਦੇ ਡਿਪੋਰਟ ਨਹੀਂ ਹੋਣਗੇ। ਉਹ ਜਿਹੜਾ ਇੱਕ ਜੱਜ ਸਾਹਿਬ ਨੇ ਇਹ 'ਤੇ ਬੈਨ ਲਾਇਆ ਸੀ, ਉਹ ਬੈਨ ਉੱਪਰਲੀ ਕੋਰਟ ਨੇ ਜਿਹੜਾ ਹੈਗਾ ਉਹ ਤੋੜ ਦਿੱਤਾ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਜਿਹੜੀਆਂ ਖਬਰਾਂ ਇਸ ਵੀਕ ਦੀਆਂ। ਤੇ ਹੁਣ ਆਪਾਂ ਆਉਂਦੇ ਆ ਜੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਵੱਲ। ਤੇ ਇਹਦੇ 'ਚ ਜਿਹੜਾ ਪਹਿਲਾ ਸਵਾਲ ਆ ਉਹ ਇਹ ਹੈਗਾ ਜੀ ਕਿ CSPA ਜਿਹੜਾ ਹੈਗਾ ਉਹਦੇ ਬਾਰੇ ਦੱਸੋ, ਤੇ ਇਹਦੇ 'ਚ 21 ਸਾਲ ਤੋਂ ਉੱਪਰ ਜਿਹੜੇ ਬੰਦੇ ਹੈਗੇ ਆ ਉਹ ਕਿਵੇਂ ਕਵਰ ਹੁੰਦੇ ਆ। ਇਹਦੇ ਬਾਰੇ ਮੈਂ ਆਮ ਤੁਹਾਨੂੰ ਜਿਹੜਾ ਹੈਗਾ ਉਹ ਦੱਸਦਾ ਰਹਿਣਾ, ਅੱਡ ਜਿਹੜੇ ਮੇਰੇ ਪ੍ਰੋਗਰਾਮ ਹੁੰਦੇ ਆ। ਲੇਕਿਨ CSPA ਦਾ ਬੇਸਿਕਲੀ ਇਹ ਹੈ ਜੀ ਕਿ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ, ਉਹਦੇ 'ਚ ਇਹ ਦੇਖਣਾ ਪੈਂਦਾ ਵੀ ਜਦੋਂ ਕੇਸ ਅਪਲਾਈ ਹੋਇਆ ਕਿਸੇ ਦਾ, ਉਹ ਡੇਟ ਦੇਖਣੀ ਆ, ਜਦੋਂ ਅਪਰੂਵਲ ਆਉਂਦੀ ਉਹ ਦੇਖਣੀ ਆ, ਫਿਰ ਜਦੋਂ ਡੇਟ ਆਪਣੀ ਪ੍ਰਾਇਓਰਟੀ ਦੀ ਕਰੰਟ ਹੁੰਦੀ ਉਹ ਦੇਖਣੀ ਆ, ਤੇ ਇਹ ਦੇਖਣਾ ਵੀ ਉਸ ਡੇਟ ਤੇ ਬੱਚੇ ਦੀ ਉਮਰ ਕਿੰਨੀ ਆ, ਤੇ ਜਿਹੜੀ ਉਮਰ ਅਪਲਾਈ ਕਰਨ ਤੇ ਅਪਰੂਵ ਕਰਨ 'ਚ ਹੁੰਦੀ ਆ ਉਹ ਟਾਈਮ ਉਹ 'ਚੋਂ ਕੱਢਿਆ ਜਾਂਦਾ। ਸੋ ਇਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਉਹ ਗਿਣਿਆ ਜਾਂਦਾ। ਤੇ ਹੁਣ ਆਪਾਂ ਆਈਏ ਸਤੰਬਰ ਦੇ ਵੀਜ਼ਾ ਬੁਲੇਟਿਨ ਵੱਲ। ਇਹਦੇ ਬਾਰੇ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ, ਕੈਟੇਗਰੀਆਂ ਜ਼ਿਆਦਾ ਮੂਵ ਨਹੀਂ ਹੋਈਆਂ। ਉਹਦਾ ਕਾਰਨ ਇਹ ਸੀਗਾ ਵੀ ਹਾਲਾਤ ਇਦਾਂ ਦੇ ਆ, ਬੈਕਲੌਗ ਬਹੁਤ ਆ ਉਹਦੇ ਕਰਕੇ। ਤੇ F4 ਕੈਟੇਗਰੀ ਬਾਰੇ ਇੱਕ ਸਵਾਲ ਪੁੱਛਿਆ ਗਿਆ ਜੀ, ਇਹ ਬੜੀ ਸਲੋ ਮੂਵ ਹੋ ਰਹੀ ਆ, ਉੱਥੇ ਕੀ ਚੱਲ ਰਿਹਾ? ਵਾਕਈ ਸਲੋ ਆ। ਇਹਦੇ ਵਿੱਚ ਚੱਲ ਰਿਹਾ ਜੀ ਹੁਣ 15 ਸਤੰਬਰ 2005 ਇੰਡੀਆ ਦਾ। F3 ਕੈਟੇਗਰੀ ਜਿਹੜੀ ਕਿ ਮਾਂ-ਬਾਪ ਦੀ ਹੈਗੀ ਆ ਮੈਰਿਡ ਬੱਚਿਆਂ ਵਾਸਤੇ, ਉੱਥੇ ਚੱਲ ਰਿਹਾ ਜੀ 22 ਨਵੰਬਰ 2008। ਤੇ ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚਿਆਂ ਦੀ ਕੈਟੇਗਰੀ F2B, ਉੱਥੇ ਚੱਲ ਰਿਹਾ 22 ਸਤੰਬਰ 2015। F2A ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ ਬੱਚੇ, ਉਹ ਕਰੰਟ ਆ। ਤੇ F1 ਜਿਹੜੀ ਉੱਥੇ ਚੱਲ ਰਿਹਾ ਜੀ 1 ਦਸੰਬਰ 2014। ਅਗਲਾ ਸਵਾਲ ਹੈ ਜੀ ਕਿ ਇਹ ਸਾਨੂੰ ਦੱਸੋ ਵੀ ਜਿਹੜਾ ਸਿਟੀਜ਼ਨ ਸਪਾਊਸ ਆ ਉਹਦੀ ਜੇ ਇੰਟਰਵਿਊ ਆਵੇ ਤਾਂ ਇੰਟਰਵਿਊ ਗਾਂ ਕਰਾਈ ਜਾ ਸਕਦੀ ਆ, ਪਰ ਮੈਂ ਰਿਕਮੈਂਡ ਨਹੀਂ ਕਰਦਾ, ਕਿਉਂਕਿ ਅੱਜ ਕੱਲ੍ਹ ਇੰਟਰਵਿਊ ਆਉਂਦੀ ਬੜੀ ਮੁਸ਼ਕਿਲ ਆ, ਤੇ ਉਹਨਾਂ ਕੋਲ ਉਹਨੇ ਕੀ ਜਿਹੜੇ ਹੈਗੇ ਸਪੌਟ ਹੁੰਦੇ ਨੇ, ਤੇ ਇੰਟਰਵਿਊ ਜਿਹੜੀ ਹੈਗੀ ਆ ਉਹ ਕਰ ਲੈਣੀ ਚੰਗੀ ਆ। ਉੱਦਾਂ ਜੇ ਕੋਈ ਰੀਜ਼ਨ ਹੋਵੇ ਵੈਲਿਡ, ਵੀ ਜਿਵੇਂ ਕੋਈ ਬਿਮਾਰ ਹੈ ਜਾਂ ਕੁਛ ਆ, ਤੇ ਉਹ ਉਸ ਜਿਹੜੇ ਹੈਗਾ ਸੂਰਤ ਦੇ ਵਿੱਚ ਆਪਾਂ ਇਹਨੂੰ ਜਿਹੜਾ ਹੈਗਾ ਉਹ ਐਕਸਟੈਂਡ ਵੀ ਕਰਾ ਸਕਦੇ ਹਾਂ। ਅਗਲਾ ਸਵਾਲ ਹੈ ਜੀ ਕਿ ਮੈਂ ਇੱਥੇ ਅਮਰੀਕਾ ਦੇ ਵਿੱਚ ਡਿਵੋਰਸ ਫਾਈਲ ਕਰਨਾ, ਉਹਦੀ ਕੀ ਰਿਕੁਆਇਰਮੈਂਟ ਆ? ਡਿਵੋਰਸ ਦੇ ਵਾਸਤੇ ਹਰੇਕ ਸਟੇਟ ਦੇ ਵੱਖਰੇ ਰੂਲ ਨੇ, ਕਿਉਂਕਿ ਸਟੇਟ ਸਬਜੈਕਟ ਆ, ਫੈਡਰਲ ਲਾ ਨਹੀਂ ਹੈਗਾ ਇਮੀਗ੍ਰੇਸ਼ਨ ਵਾਂਗੂ।
ਤੇ ਉਹਦੇ ਵਾਸਤੇ ਆਮ ਸਟੇਟਾਂ ਦੇ ਵਿੱਚ ਇਹ ਹੈਗੀ ਆ ਕਿ 6 ਮਹੀਨੇ ਦੀ ਰੈਜ਼ੀਡੈਂਸੀ ਜ਼ਰੂਰੀ ਆ ਅਪਲਾਈ ਕਰਨ ਤੋਂ ਪਹਿਲਾਂ। ਸੋ ਜੇ ਤੁਸੀਂ ਕਿਸੇ ਸਟੇਟ ਦੇ ਵਿੱਚ 6 ਮਹੀਨੇ ਰਹੇ ਹੋ, ਤੁਹਾਡੇ ਕੋਲ ਪ੍ਰੂਫ ਹੈ ਰਹਿਣ ਦਾ, ਉਸ ਤੋਂ ਬਾਅਦ ਤੁਸੀਂ ਡਿਵੋਰਸ ਅਪਲਾਈ ਕਰ ਸਕਦੇ ਹੋ ਉਸ ਸਟੇਟ ਦੇ ਵਿੱਚ। ਅਗਲਾ ਸਵਾਲ ਹੈ ਜੀ, ਇਹ ਕਹਿ ਰਹੇ ਨੇ ਕਿ ਮੇਰੇ ਭਰਾ ਨੇ ਅਪਲਾਈ ਕੀਤਾ ਸੀ ਕੇਸ 2005 'ਚ F4 ਕੈਟਾਗਰੀ 'ਚ, ਸਾਡੀ ਅਪਰੂਵਲ 9 'ਚ ਆ ਗਈ ਸੀਗੀ ਤੇ ਡਾਕੂਮੈਂਟਾਂ ਲਈ ਉਹ ਕਦੋਂ ਮੰਗਣਗੇ। ਹੁਣ ਚੱਲ ਰਿਹਾ ਜੀ 15 ਸਤੰਬਰ 2005 ਤੇ ਡਾਕੂਮੈਂਟ ਤੁਹਾਡੇ ਤੋਂ ਮੰਗਣੇ ਚਾਹੀਦੇ ਨੇ, ਕਿਉਂਕਿ ਡਾਕੂਮੈਂਟਾਂ ਦੀ ਜਿਹੜੀ ਡੇਟ ਚੱਲ ਰਹੀ ਉਹ ਚੱਲ ਰਹੀ ਹੈ 1 ਜਨਵਰੀ 2006 ਤੋਂ। ਡਾਕੂਮੈਂਟ ਤੁਹਾਨੂੰ ਚਿੱਠੀ ਆਉਣੀ ਚਾਹੀਦੀ, ਜੇ ਨਹੀਂ ਆਈ ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਕਿਉਂਕਿ ਇਹ ਤੁਹਾਡੀ ਜਿਹੜੀ ਡੇਟ ਹੈ ਦੇ ਮੁਤਾਬਕ ਡਾਕੂਮੈਂਟ ਉਹ ਲੈ ਰਹੇ ਨੇ। ਅਗਲਾ ਸਵਾਲ ਹੈ ਜੀ ਕਿ I-730 ਦੀ ਪ੍ਰੋਸੈਸਿੰਗ ਬਾਰੇ ਕਿੰਨਾ ਟਾਈਮ ਲੱਗ ਰਿਹਾ। I-730 ਆਮ ਤੌਰ ਤੇ ਅਸੈਲੀ ਰੈਟ ਪਟੀਸ਼ਨ ਹੁੰਦੀ ਹੈ ਜੀ, ਜਦੋਂ ਕੋਈ ਅਸੈਲਮ ਕਿਸੇ ਦਾ ਪਾਸ ਹੁੰਦਾ ਉਹ ਆਪਣੇ 21 ਸਾਲ ਤੋਂ ਘੱਟ ਬੱਚਿਆਂ ਲਈ ਤੇ ਵਾਈਫ ਲਈ ਅਪਲਾਈ ਕਰਦਾ। ਇਹ ਜਦੋਂ ਅਸੈਲਮ ਪਾਸ ਹੋ ਗਿਆ ਉਹਦੇ ਵਿਦਨ 2 ਇਅਰਸ ਹੀ ਕਰ ਸਕਦਾ, ਉਸ ਤੋਂ ਬਾਅਦ ਨਹੀਂ। ਤੇ ਇਹਦੇ ਵਾਸਤੇ ਜਦੋਂ ਅਪਲਾਈ ਕਰਦੇ ਆ ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, ਇਹਨੂੰ ਤਕਰੀਬਨ 1.5 ਤੋਂ 2 ਸਾਲ ਜਿਹੜੇ ਮਿਨੀਮਮ ਲੱਗ ਰਹੇ ਆ, ਕਿਉਂਕਿ ਕਾਫੀ ਬੈਕਲੌਗ ਹੈ ਤੇ ਇਹਨੂੰ ਜਿਹੜਾ ਹੈਗਾ ਉਹ ਟਾਈਮ ਇੰਨਾ ਕੁ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੇਰੇ ਮਦਰ ਨੇ ਗ੍ਰੀਨ ਕਾਰਡ ਹੋਲਡਰ ਤੇ ਉਹਨਾਂ ਨੇ ਅਪਲਾਈ ਕੀਤਾ ਸੀ ਮੇਰੇ ਲਈ 2013 'ਚ ਤੇ ਅਪਰੂਵਲ ਆ ਗਈ 18 'ਚ, ਤੇ ਹੁਣ ਮੈਂ ਜਿਹੜਾ ਹੈਗਾ ਉਹ ਇੰਟਰਵਿਊ ਦੀ ਵੇਟ ਕਰ ਰਿਹਾ। ਠੀਕ ਹੈ ਜੀ, ਤੁਹਾਡੀ ਕੈਟਾਗਰੀ ਜਿਹੜੀ ਕਰੰਟ ਆ ਹੁਣ, ਕਿਉਂਕਿ ਉੱਥੇ ਜਿਹੜੀ F2B ਕੈਟਾਗਰੀ 'ਚ ਚੱਲ ਰਿਹਾ 2015 ਤੇ 13 ਦਾ ਅਪਲਾਈ ਹੋਇਆ, ਵੇਟ ਕਰੋ, ਇੰਟਰਵਿਊਆਂ 'ਚ ਕਾਫੀ ਡਿਲੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜਾ ਨਵਾਂ ਬਜਟ ਰੀਕਨਸੀਲੇਸ਼ਨ ਬਿੱਲ ਆ ਜਿਹਦੇ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ ਹੁਣੇ, ਉਹਦੇ ਬਾਰੇ ਸਵਾਲ ਆ ਕਿ ਇਹ ਜਿਹੜੀਆਂ ਕੈਟਾਗਰੀਆਂ ਹੈਗੀਆਂ F4 F3 ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਕੀ ਕੋਈ ਇਹਦੇ ਬਾਰੇ ਪ੍ਰੋਵੀਜ਼ਨ ਹੈਗੀ ਆ? ਪ੍ਰੋਵੀਜ਼ਨ ਹੈਗੀ ਆ ਜੀ, ਲੇਕਿਨ ਉਹ ਪ੍ਰੋਵੀਜ਼ਨ ਇਹ ਹੈਗੀ ਵੀ ਜਿਹੜੇ ਵੀਜ਼ਾ ਨੰਬਰ ਐਕਸਪਾਇਰ ਹੋ ਚੁੱਕੇ ਆ ਪੁਰਾਣੇ, ਜਿਹੜੇ ਲੋਕਾਂ ਨੇ ਵੇਲ ਨਹੀਂ ਕੀਤੇ, ਉਹ ਕਹਿੰਦੇ ਆ ਉਹਨਾਂ ਨੂੰ ਤੁਸੀਂ ਇਨਵੋਕ ਕਰਕੇ ਤਾਂ ਵੀਜ਼ਾ ਨੰਬਰ ਵਧਾਓ ਤਾਂ ਕਿ ਇਹ ਕੈਟਾਗਰੀਆਂ ਤੇਜ਼ ਮੂਵ ਹੋ ਸਕਣ। ਸੋ ਉਹਦੇ ਵਿੱਚ ਉਨੀ ਕੁ ਪ੍ਰੋਵੀਜ਼ਨ ਹੈਗੀ ਆ। ਬਾਕੀ ਦੇਖਦੇ ਆ ਜਦੋਂ ਸੈਨੇਟ ਤੇ ਹਾਊਸ ਦਾ ਬਿੱਲ ਇਕੱਠਾ ਹੋਊਗਾ ਵੀ ਸੈਨੇਟ ਕੀ ਪਾਸ ਕਰਦੀ ਆ ਤਾਂ ਉਹਦੇ ਮੁਤਾਬਕ ਉਹਨਾਂ ਵਾਸਤੇ ਕੀ ਨਿਕਲਦਾ ਇਹਦੇ ਚੋਂ। ਪਰ ਇੱਕ ਨਾਲ ਪ੍ਰੋਵੀਜ਼ਨ ਹੈਗੀ ਵੀ ਜਿਨ੍ਹਾਂ ਨੂੰ 2 ਸਾਲ ਤੋਂ ਉੱਪਰ ਅਪਲਾਈ ਕੀਤੇ ਨੂੰ ਹੋ ਗਏ ਤੇ ਉਹ ਅਮਰੀਕਾ ਦੇ ਵਿੱਚ ਹੈਗੇ ਨੇ ਤੇ ਉਹ $2500 ਦਾ ਜਿਹੜਾ ਐਕਸਟਰਾ ਮਤਲਬ ਫਾਈਨ ਪੇ ਕਰਕੇ ਕਹਿ ਲਓ ਤੇ ਉਹ ਇੱਥੇ ਹੀ ਮਤਲਬ ਪੱਕੇ ਹੋ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਟੂਰਿਸਟ ਵੀਜ਼ੇ ਕਦੋਂ ਓਪਨ ਹੋਣਗੇ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਕਿਉਂਕਿ ਇਹਨੂੰ ਟਾਈਮ ਲੱਗ ਸਕਦਾ ਤੇ ਅਜੇ ਹੋ ਸਕਦਾ ਮਹੀਨਾ 2 ਮਹੀਨੇ ਹੋਰ ਲੱਗ ਜਾਣ, ਜ਼ਿਆਦਾ ਵੀ ਲੱਗ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੇਸ 2006 'ਚ ਅਪਲਾਈ ਕੀਤਾ ਸੀ, ਅਪ੍ਰੈਲ 6 'ਚ ਕਦੋਂ ਨਿਕਲਣਗੇ। ਅਜੇ ਮੈਂ ਦੱਸ ਕੇ ਹਟਿਆ, ਚੱਲ ਰਿਹਾ 15 ਸਤੰਬਰ 2005 ਤੇ ਅਪ੍ਰੈਲ 'ਚ ਕੀਤਾ, ਇਹਨੂੰ ਹੋਰ 7-8 ਮਹੀਨੇ ਤੋਂ ਸਾਲ ਲੱਗ ਸਕਦਾ ਜੀ। ਅਗਲਾ ਸਵਾਲ ਹੈ ਜੀ ਕਿ F4 ਕੇਸ 2006 'ਚ ਅਪਲਾਈ ਕੀਤਾ ਸੀ, ਮਈ 9 'ਚ ਅਪਰੂਵਲ ਆਈ ਸੀਗੀ ਤੇ ਬਰਥ ਸਰਟੀਫਿਕੇਟ ਤੇ ਜਿਹੜੀ ਡੇਟ ਹੋਰ ਹੈਗੀ ਆ ਤੇ ਪੇਪਰਾਂ 'ਚ ਹੋਰ ਆ, ਇਹ ਠੀਕ ਕਰਾਉਣੀ ਪੈਣੀ ਹੈ ਜੀ ਤੁਹਾਨੂੰ, ਉਹਨੂੰ ਮੈਚ ਕਰਨਾ ਪੈਣਾ। ਜਿਹੜੀ ਬਰਥ ਸਰਟੀਫਿਕੇਟ ਦੇ ਨਾਲ ਡੇਟ ਹੈਗੀ ਆ ਉਹ ਤੁਸੀਂ ਉਹਨੂੰ ਜਿਹੜੀ ਸਹੀ ਕਰਾਓ ਉਹਨਾਂ ਤੋਂ। ਤੇ ਅਗਲਾ ਸਵਾਲ ਹੈ ਜੀ ਕਿ ਮੇਰਾ ਅਸੈਲਮ ਦਾ ਕੇਸ ਚੱਲ ਰਿਹਾ ਨਿਊਯਾਰਕ ਦੇ ਵਿੱਚ ਤੇ ਇਮੀਗ੍ਰੇਸ਼ਨ ਜੱਜ ਨੇ ਹੀਅਰਿੰਗ ਡੇਟ ਦਿੱਤੀ ਆ ਤੇ ਜੇ ਮੈਂ ਹੋਰ ਸਟੇਟ ਦੇ ਵਿੱਚ ਮੂਵ ਹੋ ਜਾਂ ਤੇ ਮੈਂ ਉੱਥੇ ਰਹਿ ਸਕਦਾ, ਉੱਥੇ ਮੈਂ ਜੇ ਕੋਈ ਮਕਾਨ ਘਰ ਵਗੈਰਾ ਬਾਏ ਕਰ ਲਾਂ। ਦੇਖੋ ਤੁਸੀਂ ਜੇ ਹੋਰ ਸਟੇਟ 'ਚ ਮੂਵ ਹੋਵੋਗੇ ਤੁਹਾਨੂੰ ਕੇਸ ਮੂਵ ਕਰਾਉਣਾ ਪਊਗਾ, ਕਿਉਂਕਿ ਤੁਹਾਡਾ ਨਿਊਯਾਰਕ 'ਚ ਕੇਸ ਇਸ ਕਰਕੇ ਚੱਲਦਾ ਵੀ ਤੁਸੀਂ ਨਿਊਯਾਰਕ 'ਚ ਰਹਿੰਦੇ ਆ। ਜੇ ਤੁਸੀਂ ਹੋਰ ਸਟੇਟ ਚਲੇ ਜਾਂਦੇ ਆ ਫਿਰ ਕੇਸ ਉੱਥੇ ਜਿਹੜਾ ਹੈਗਾ ਉਹ ਮੂਵ ਹੋ ਜਾਊਗਾ ਤੇ ਮੋਸ਼ਨ ਟੂ ਚੇਂਜ ਵੈਨਿਊ ਕਰਨੀ ਪਊਗੀ, ਇਨਫੋਰਮ ਕਰਨਾ ਪਊਗਾ ਉਹਨਾਂ ਨੂੰ, ਉਹ ਫਿਰ ਕੇਸ ਮੂਵ ਕਰ ਸਕਦੇ ਉੱਥੇ। ਅਗਲਾ ਸਵਾਲ ਹੈ ਜੀ ਕਿ F2B ਕੈਟਾਗਰੀ ਦੀ ਡੇਟ ਜਿਹੜੀ ਆ ਉਹ ਕਿੰਨੀ ਕੁ ਤੇਜ਼ ਹੋ ਸਕਦੀ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। F2B ਕੈਟਾਗਰੀ ਅਜੇ 22 ਸਤੰਬਰ 2015 ਚੱਲ ਰਹੀ ਆ, ਜਿਹੜੇ ਬਾਕੀ ਕੈਟਾਗਰੀਆਂ ਦੇ ਮੁਕਾਬਲੇ 'ਚ ਕਾਫੀ ਫਾਸਟ ਆ, ਪਰ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕਿੰਨੀ ਕੁ ਤੇਜ਼ ਹੋਰ ਹੋ ਸਕਦੀ, ਇਹਦੇ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ। ਤੇ ਅਗਲਾ ਸਵਾਲ ਹੈ ਜੀ ਕਿ F2A ਦੀ ਕੋਈ ਇੰਟਰਵਿਊ ਆ ਰਹੀ ਆ ਕਿ ਨਹੀਂ, ਇਹਦੇ ਬਾਰੇ ਕੀ ਆ। F2A ਕੇਸ ਹੈਗਾ ਜੀ ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦਾ ਕਰਦੇ ਆ, ਕੈਟਾਗਰੀ ਕਰੰਟ ਆ ਪਰ ਇੰਟਰਵਿਊਆਂ ਬਹੁਤ ਘੱਟ ਆ ਰਹੀਆਂ ਨੇ, ਇਹ ਕਾਫੀ ਡਿਲੇ ਆ ਤੇ ਉੱਥੇ ਕਿਉਂਕਿ ਜਿਹੜੀ ਆ ਇੰਟਰਵਿਊ ਜਿੰਨੀਆਂ ਉਹ ਕਰਦੇ ਆ ਉਹਨਾਂ 'ਚ ਪਹਿਲੀ ਪ੍ਰੈਫਰੈਂਸ ਦਿੰਦੇ ਆ US ਸਿਟੀਜ਼ਨ ਦੇ ਹਸਬੈਂਡ ਵਾਈਫ ਤੇ ਬੱਚਿਆਂ ਨੂੰ, ਕਿਉਂਕਿ ਜਿਹੜਾ US ਸਿਟੀਜ਼ਨ ਆ ਉਹਦਾ ਕੌਨਸਟੀਟਿਊਸ਼ਨਲ ਰਾਈਟ ਆ। ਉਦੋਂ ਬਾਅਦ ਬਾਕੀ ਕੈਟਾਗਰੀਆਂ 'ਚੋਂ ਮੂਵ ਕਰਦੇ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਹੋ ਗਏ ਜਾਂ F4 ਕੈਟਾਗਰੀ ਹੋ ਗਈ, F3 ਹੋ ਗਈ, ਇਸ ਕਰਕੇ ਉੱਥੇ ਟਾਈਮ ਜਿਹੜਾ ਉਹ ਜ਼ਿਆਦਾ ਲੱਗ ਰਿਹਾ। ਤੇ ਅਗਲਾ ਸਵਾਲ ਹੈ ਜੀ ਕਿ ਅਸੈਲਮ ਵਾਲੇ ਜਦੋਂ ਫੈਮਿਲੀ ਅਪਲਾਈ ਕਰਦੇ ਆ ਉਹ ਕਿਹੜੀ ਕੈਟਾਗਰੀ 'ਚ ਆ ਤੇ ਉਹਨਾਂ ਦੇ 21 ਸਾਲ ਤੋਂ ਉੱਪਰ ਜੇ ਹੋ ਜਾਵੇ ਉਮਰ ਕਿਸੇ ਬੱਚੇ ਦੀ। ਦੇਖੋ ਇਸ ਤਰ੍ਹਾਂ ਆ, ਜਿਉਂ ਤੁਸੀਂ ਅਸੈਲਮ ਅਪਲਾਈ ਕਰਦੇ ਹੋ ਜੇ ਬੱਚਿਆਂ ਦੀ ਉਮਰ 21 ਤੋਂ ਘੱਟ ਆ ਤੇ ਕੇਸ ਚੱਲਦੇ ਜੇ 21 ਤੋਂ ਉੱਪਰ ਹੋ ਗਈ, ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਥੱਲੇ ਕਵਰ ਹੋ ਜਾਊਗਾ, ਲੇਕਿਨ ਉਹਦੀ ਉਮਰ ਜਦੋਂ ਅਪਲਾਈ ਕੀਤਾ ਉਦੋਂ 21 ਤੋਂ ਘੱਟ ਹੋਣੀ ਚਾਹੀਦੀ ਤੇ ਅਨਮੈਰਿਡ ਹੋਣਾ ਚਾਹੀਦਾ, ਤੇ ਉਹਦੇ ਵਾਸਤੇ ਆਹੀ I-730 ਜਿਹੜੀ ਪਟੀਸ਼ਨ ਆ ਉਹ ਕਰਨੀ ਪੈਂਦੀ ਆ।
ਅਗਲਾ ਸਵਾਲ ਹੈ ਜੀ ਕਿ 20 ਜਨਵਰੀ 2005 ਦੀ ਇੰਟਰਵਿਊ ਨਹੀਂ ਆਈ ਤੇ ਕਿੰਨਾ ਟਾਈਮ ਲੱਗੂ। ਬਿਲਕੁਲ ਠੀਕ ਹੈ ਜੀ, ਕਿਉਂਕਿ ਮੈਂ ਕਾਫੀਆਂ ਨੂੰ ਜਾਣਦਾ ਜਿਨ੍ਹਾਂ ਨੇ ਕਿ ਜਿਹੜਾ ਫਰਵਰੀ 2005 ਦੇ ਕੇਸ ਸੀ ਜਾਂ ਜਨਵਰੀ ਦੇ ਜਾਂ ਮਾਰਚ ਦੇ, ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਆਈਆਂ ਅਜੇ ਤੱਕ। ਜਿਹੜੀ ਆ ਪ੍ਰਾਇਓਰਟੀ ਡੇਟ ਹੁਣ ਕਰੰਟ ਹੈਗੀ ਆ 15 ਸਤੰਬਰ 2005, ਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਬੰਦੇ 15 ਸਤੰਬਰ ਤੱਕ ਸਾਰਿਆਂ ਨੂੰ ਵੀਜ਼ੇ ਮਿਲ ਗਏ, ਉਹਦਾ ਮਤਲਬ ਆ ਵੀ ਉੱਥੋਂ ਤੱਕ ਪ੍ਰੋਸੈਸਿੰਗ ਕਰ ਰਹੇ ਆ। ਤੇ ਇਹੋ ਜਿਹੇ ਬਹੁਤ ਨੇ ਤੁਹਾਡੇ ਵਾਂਗੂ, ਜਿਵੇਂ ਜਿਨ੍ਹਾਂ ਦੀ ਕਿ ਜਨਵਰੀ 2005 ਦਾ ਕੇਸ ਆ ਜਾਂ ਫਰਵਰੀ ਦਾ ਜਾਂ ਮਾਰਚ 5 ਦਾ ਕੇਸ ਆ, ਜੋ ਕਿ ਸਤੰਬਰ ਤੋਂ ਪਹਿਲਾਂ, ਪਰ ਅਜੇ ਤੱਕ ਇੰਟਰਵਿਊ ਡੇਟ ਨਹੀਂ ਆਈ, ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੇ ਸਨਜ਼ ਵਾਸਤੇ ਪਟੀਸ਼ਨ ਕੀਤੀ ਸੀਗੀ 2012 'ਚ F3 ਕੈਟਾਗਰੀ 'ਚ, ਤੇ ਮੈਂ ਜਿਹੜੀਆਂ ਫੀਸਾਂ ਵੀ ਪੇ ਕਰਤੀਆਂ, ਸਾਰਾ ਕੁਝ ਹੋ ਗਿਆ। ਤੇ ਹੁਣ ਇਹ ਹੈਗਾ ਵੀ ਜਿਹੜੇ ਹੁਣ ਕਿੰਨਾ ਟਾਈਮ ਮੈਨੂੰ ਹੋਰ ਲੱਗੂਗਾ। ਦੇਖੋ ਜੀ, F3 ਕੈਟਾਗਰੀ ਤੁਸੀਂ 2012 'ਚ ਕੀਤੀ ਹੈ, ਇਹਨੂੰ ਤਾਂ ਟਾਈਮ ਲੱਗੂਗਾ, 2008 ਚੱਲ ਰਿਹਾ ਜੀ ਅਜੇ। ਤੇ ਬਾਕੀ ਜੇ ਤੁਸੀਂ ਕੋਈ ਨਾਂ ਵਗੈਰਾ ਕਿਸੇ ਦਾ ਐਡ ਕਰਾਉਣਾ, ਜਿਵੇਂ ਕਿ ਹੁਣ ਕਈ ਵਾਰੀ ਬੱਚਿਆਂ ਦੇ ਅੱਗੇ ਬੱਚੇ ਹੋ ਜਾਂਦੇ ਹੋਰ, ਉਹਨਾਂ ਦਾ ਤੁਸੀਂ ਸਾਰਿਆਂ ਦੇ ਬਰਥ ਸਰਟੀਫਿਕੇਟ ਵਗੈਰਾ ਜਾਂ ਮੈਰਿਜ ਸਰਟੀਫਿਕੇਟ ਨਾਲ ਲਾ ਕੇ ਉਹ ਭੇਜੋ, ਤੁਸੀਂ ਨਾਂ ਐਡ ਕਰਾ ਸਕਦੇ ਹੋ ਆਪਣੇ ਬੱਚਿਆਂ ਦੇ। ਅਗਲਾ ਸਵਾਲ ਹੈ ਜੀ ਕਿ 10 ਸਾਲ ਦਾ ਗ੍ਰੀਨ ਕਾਰਡ ਗੁੰਮ ਹੋ ਗਿਆ ਤੇ I-90 ਬਾਰੇ ਦੱਸੋ। ਜੇ ਤੁਸੀਂ ਗ੍ਰੀਨ ਕਾਰਡ ਰਿਨਿਊ ਕਰਾਉਣਾ ਜਾਂ ਗੁੰਮ ਹੋ ਗਿਆ, ਉਹਨੂੰ ਰਿਪਲੇਸ ਕਰਨਾ, ਉਹਦੇ ਵਾਸਤੇ I-90 ਫਾਰਮ ਭਰਨਾ ਪੈਂਦਾ, ਉਹਦੀ ਫੀਸ ਤਾਰਨੀ ਪੈਂਦੀ ਆ, ਉਹਦੇ ਫਿਰ ਫਿੰਗਰਪ੍ਰਿੰਟ ਹੁੰਦੇ ਨੇ, ਤੇ ਉੱਤੇ ਪਰ ਅੱਜ ਕੱਲ੍ਹ ਟਾਈਮ ਉਹ 'ਚ ਕਾਫੀ ਲੱਗ ਰਿਹਾ, ਉਹ 'ਚ ਤਕਰੀਬਨ 6 ਮਹੀਨੇ ਸਾਲ ਦਾ ਟਾਈਮ ਲੱਗ ਰਿਹਾ ਗ੍ਰੀਨ ਕਾਰਡ ਆਉਣ ਲਈ। ਅਗਲਾ ਸਵਾਲ ਹੈ ਜੀ ਕਿ ਜਿਹੜਾ ਆਪਣਾ US ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ, ਉਹਦੇ ਬਾਰੇ ਦੱਸੋ। ਇਹ ਪਿੱਛੇ ਕੀ ਹੋਇਆ ਕਿ ਇਹਨਾਂ ਨੇ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਹੈਗੀ ਆ, ਉਹ ਇਹ ਸਰਕਾਰ ਨੇ ਬੰਦ ਕਰਤੀ ਸੀ, ਉਹ ਪਿਛਲੀ ਸਰਕਾਰ ਨੇ ਉਹਨੂੰ ਸ਼ੁਰੂ ਕੀਤਾ ਸੀਗਾ। ਫਿਰ ਇੱਕ ਟੈਕਸਸ ਦੀ ਕੋਰਟ ਨੇ ਕਿਹਾ ਵੀ ਇਹ ਪਾਲਿਸੀ ਰਹਿਣੀ ਚਾਹੀਦੀ ਹੈ, ਠੀਕ ਹੈ। ਅਪੀਲ ਕੋਰਟ ਨੇ ਵੀ ਕਿਹਾ ਠੀਕ ਹੈ। ਕੇਸ ਸੁਪਰੀਮ ਕੋਰਟ ਕੋਲ ਗਿਆ, ਸੁਪਰੀਮ ਕੋਰਟ ਨੇ ਸੁਣਨ ਤੋਂ ਨਾ ਕਰਤੀ, ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਜੋ ਵੀ ਫੈਸਲਾ। ਹੁਣ ਰਿਮੇਨ ਇਨ ਮੈਕਸੀਕੋ ਪਾਲਿਸੀ ਦੇ ਵਿੱਚ ਇਹ ਆ ਵੀ ਜਿਹੜੇ ਬੰਦਿਆਂ ਨੂੰ ਸਰਕਾਰ ਚਾਹੁੰਦੀ ਆ ਕਿ ਉੱਥੇ ਰਹਿ ਕੇ ਕੇਸ ਲੜਨ, ਉੱਥੇ ਰਹਿਣਾ ਪਊਗਾ, ਪਰ ਕਈਆਂ ਨੂੰ ਐਂਟਰੀ ਵੀ ਦੇਈ ਜਾਂਦੇ ਨੇ। ਸੋ ਇਹਦੇ ਵਿੱਚ ਰਿਮੇਨ ਇਨ ਮੈਕਸੀਕੋ ਦੇ ਵਿੱਚ ਜ਼ਿਆਦਾ ਆਪਣੇ ਪੰਜਾਬੀ ਜਿਹੜੇ ਬੰਦੇ ਆ ਉਹ ਨਹੀਂ ਆਉਂਦੇ, ਇਹ ਸੈਂਟਰਲ ਅਮਰੀਕਨ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਬੰਦੇ ਆਉਂਦੇ, ਜਿਹੜੇ ਕਿ ਜਿਵੇਂ ਐਲ ਸੈਲਵਾਡੋਰ ਹੋ ਗਿਆ, ਹੰਡੋਰਸ ਹੋ ਗਿਆ, ਗੁਆਟੇਮਾਲਾ ਹੋ ਗਿਆ, ਉੱਥੋਂ ਆਉਂਦੇ ਆ। ਪੰਜਾਬੀਆਂ ਨੂੰ ਆਮ ਤੌਰ 'ਤੇ ਐਂਟਰੀ ਮਿਲ ਜਾਂਦੀ ਆ, ਪਰ ਮੈਂ ਫੇਰ ਕਹਿੰਦਾ ਵੀ ਇਹ ਤਰੀਕਾ ਆਉਣ ਦਾ ਗਲਤ ਆ। ਜਿਹੜਾ ਬਾਰਡਰ ਕ੍ਰਾਸ ਕਰਕੇ ਆਉਂਦੇ, ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਜਿੱਥੇ ਇਮੀਗ੍ਰੇਸ਼ਨ ਲਾਅ ਦੀ ਵਾਇਲੇਸ਼ਨ ਆ, ਉੱਥੇ ਥੋੜ੍ਹੀ ਆਪਣੀ ਜਾਨ ਨੂੰ ਵੀ ਖਤਰਾ। ਸੋ ਇਸ ਤਰੀਕੇ ਨਾਲ ਜਿਹੜਾ ਉਹ ਆਉਣ ਦਾ ਜਿਹੜਾ ਹੈਗਾ ਰਸਤਾ, ਉਹ ਗਲਤ ਆ। ਅਗਲਾ ਸਵਾਲ ਹੈ ਜੀ ਕਿ ਕੀ ਜਿਹੜੇ ਹੈਗੇ ਨੇਪਾਲੀ ਜਾਂ ਹੋਰ ਕੇਸ ਵੀ ਅਸਾਈਲਮ ਦੇ ਗ੍ਰਾਂਟ ਹੋ ਸਕਦੇ, ਉਹ ਕਰ ਸਕਦੇ? ਹਾਂਜੀ ਕਰ ਸਕਦੇ ਆ, ਕਿਉਂਕਿ ਅਸਾਈਲਮ ਦਾ ਲਾ ਇਕੱਲਾ ਕੋਈ ਇੰਡੀਆ ਲਈ ਜਾਂ ਪਾਕਿਸਤਾਨ ਲਈ ਜਾਂ ਚਾਈਨਾ ਲਈ ਨਹੀਂ, ਉਹ ਸਾਰੇ ਅਮਰੀਕਾ ਲਈ, ਮਤਲਬ ਅਮਰੀਕਾ ਦੇ ਵਿੱਚ ਹੈਗਾ, ਤੇ ਪੂਰੇ ਅਮਰੀਕਾ ਦੇ ਵਿੱਚ ਆ, ਤੇ ਪਲੱਸ ਸਾਰੀ ਦੁਨੀਆ ਲਈ ਆ। ਅਮਰੀਕਾ ਦੀ ਕਿਸੇ ਸਟੇਟ ਦੇ ਵਿੱਚ ਵੀ ਅਪਲਾਈ ਹੋ ਸਕਦਾ, ਤੇ ਦੁਨੀਆ ਦੇ ਕਿਸੇ ਕੋਨੇ ਤੋਂ ਵੀ, ਕਿਸੇ ਮੁਲਕ ਤੋਂ ਵੀ, ਕਿਸੇ ਨਸਲ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਇੱਥੇ ਆ ਸਕਦਾ, ਲੈ ਸਕਦਾ। ਸਿਰਫ ਸ਼ਰਤ ਇਹ ਆ ਵੀ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ, ਜਿਨ੍ਹਾਂ ਬਾਰੇ ਆਪਾਂ ਪਿਛਲੀਆਂ 2 ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਡਿਟੇਲ 'ਚ, ਉਹਨਾਂ ਦੇ ਵਿੱਚ ਕੇਸ ਆਉਂਦਾ ਹੋਵੇ ਤੇ ਉਹ ਪ੍ਰੂਵ ਕਰ ਸਕੇ ਕਿ ਉਹ ਪਰਸੀਕਿਊਟ ਹੋਇਆ, ਉਹਦੀਆਂ ਸ਼ਰਤਾਂ 'ਚ ਹੋਵੇ, ਤਾਂ ਉਹ ਅਪਲਾਈ ਕਰ ਸਕਦਾ। ਤੇ ਨੇਪਾਲ ਵਾਲਾ ਵੀ ਕਰ ਸਕਦਾ, ਕੋਈ ਵੀ ਕਰ ਸਕਦਾ, ਪਰ ਜਿਹੜੇ 5 ਗਰਾਊਂਡ ਆ ਉਹਨਾਂ ਦੇ ਵਿੱਚ ਆਉਣਾ ਚਾਹੀਦਾ, ਤੇ ਕੇਸ ਜਿਹੜਾ ਸੱਚਾ ਹੋਵੇ, ਉਹਦੇ ਕੋਲ ਪ੍ਰੂਫ ਹੋਣ ਕਿ ਜੋ ਮੇਰੇ ਨਾਲ ਹੋਇਆ ਉਹ ਸੱਚ ਆ, ਤੇ ਉਹਦੇ ਕੋਲ ਪ੍ਰੂਫ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ 10 ਸਾਲ ਦਾ ਸਾਡਾ ਟੂਰਿਸਟ ਵੀਜ਼ਾ ਲੱਗਿਆ, 1 ਸਾਲ ਹੋਰ ਰਹਿ ਗਿਆ, ਤੇ ਕੀ ਰਿਨਿਊ ਹੋ ਸਕਦਾ? ਹਾਂਜੀ ਹੋ ਸਕਦਾ ਰਿਨਿਊ, ਜੇ ਤੁਸੀਂ ਟਾਈਮ 'ਤੇ ਮੁੜਦੇ ਰਹੇ ਹੋ ਆ ਕੇ ਵਾਪਸ, ਤੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਉੱਥੇ ਓਵਰਸਟੇ ਨਹੀਂ ਕਰਦੇ, ਤਾਂ ਰਿਨਿਊ ਹੋ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਅਗਲਾ ਸਵਾਲ ਹੈ ਜੀ ਕਿ F2A ਬਾਰੇ ਦੱਸੋ ਕਿ ਇੰਟਰਵਿਊ ਕਦੋਂ ਤੱਕ ਆਏਗੀ, ਕੀ ਇਹ ਕੈਟੇਗਰੀ ਤੇਜ਼ ਹੋਏਗੀ? ਇਹਦੇ ਬਾਰੇ ਮੈਂ ਪਿੱਛੇ ਜਵਾਬ ਦੇ ਕੇ ਹਟਿਆ ਜੀ। F2A ਕੈਟੇਗਰੀ ਜਿਹੜੀ ਆ, ਇਹ US ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਉਹਦੇ ਹਸਬੈਂਡ ਵਾਈਫ 21 ਸਾਲ ਤੋਂ ਘੱਟ ਬੱਚਿਆਂ ਦੀ ਆ। ਤੇਜ਼ ਹੋਣ ਦਾ ਤਾਂ ਅਜੇ ਕੋਈ ਮੈਨੂੰ ਲੱਗਦਾ ਨਹੀਂ ਉਮੀਦ, ਕਿਉਂਕਿ ਹੈ ਤਾਂ ਕਰੰਟ ਹੈ, ਪਰ ਇੰਟਰਵਿਊਆਂ ਜਿਹੜੀਆਂ ਨੇ ਉਹ ਤਕਰੀਬਨ ਸਾਲ 1.5 ਸਾਲ ਲੱਗ ਰਿਹਾ ਆਉਣ ਵਾਸਤੇ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਨੇ ਕਿ ਅਸਾਈਲਮ ਦੇ ਕੇਸ ਦਾ ਜਿਹੜਾ ਵਰਕ ਪਰਮਿਟ ਆ, ਉਹਨੂੰ ਕਿੰਨਾ ਟਾਈਮ ਅੱਜ ਕੱਲ੍ਹ ਲੱਗ ਰਿਹਾ। ਇਸ ਤਰ੍ਹਾਂ ਹੀ ਜਿਹੜਾ ਤਾਂ ਇਨੀਸ਼ੀਅਲ ਵਰਕ ਪਰਮਿਟ ਜਿਹੜਾ 6 ਮਹੀਨੇ ਬਾਅਦ ਤੁਸੀਂ ASAP ਦੀ ਮੈਂਬਰਸ਼ਿਪ ਲੈ ਕੇ ਅਪਲਾਈ ਕਰਦੇ ਹੋ, ਉਹਦਾ ਤਕਰੀਬਨ 1.5 ਮਹੀਨੇ 2 ਮਹੀਨੇ 'ਚ ਆ ਜਾਂਦਾ। ਜਿਹੜਾ ਰਿਨਿਊਅਲ ਆ, ਜਿਹਨਾਂ ਨੂੰ ਮਿਲਿਆ ਹੋਇਆ ਵਰਕ ਪਰਮਿਟ 2 ਸਾਲ ਦਾ, ਰਿਨਿਊ ਕਰਾਉਂਦੇ ਦੁਬਾਰਾ ਲੈਂਦੇ ਆ, ਉਹਨਾਂ ਨੂੰ ਅੱਜ ਕੱਲ੍ਹ 8 ਤੋਂ 10 ਮਹੀਨੇ ਲੱਗ ਰਿਹਾ, ਬਹੁਤ ਟਾਈਮ ਲੱਗ ਰਿਹਾ ਉਹਦੇ 'ਚ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦਾ ਕੇਸ ਜਿਹੜਾ ਹੈਗਾ ਉਹ ਅਮਰੀਕਾ 'ਚ ਕਿੰਨੀ ਦੇਰ 'ਚ ਫਾਈਲ ਹੋਣਾ ਚਾਹੀਦਾ? ਅਸਾਈਲਮ ਦਾ ਕੇਸ ਜੀ ਥੋੜ੍ਹੀ ਜੋ ਐਂਟਰੀ ਹੁੰਦੀ ਹੈ ਅਮਰੀਕਾ 'ਚ, ਉਹਦੇ ਵਿੱਚ ਤੁਹਾਨੂੰ 1 ਸਾਲ ਦੇ ਅੰਦਰ ਅੰਦਰ ਅਪਲਾਈ ਕਰਨਾ ਪੈਂਦਾ। ਜੇ ਸਾਲ ਤੋਂ ਉੱਪਰ ਹੋ ਗਿਆ, ਫਿਰ ਐਕਸਪਲੇਨ ਕਰਨਾ ਪਊਗਾ ਵੀ ਕਿਉਂ ਨਹੀਂ ਤੁਸੀਂ ਮਤਲਬ ਕਰ ਸਕੇ। ਅਤੇ ਜਿਹੜੀ ਸਾਲ ਤੋਂ ਉੱਪਰ ਵਾਲਿਆਂ ਦੀ ਰਿਲੀਫ ਹੈ ਉਹ ਅਸਾਈਲਮ ਨਹੀਂ ਹੁੰਦੀ, ਉਹ ਹੁੰਦੀ ਹੈ ਵਿਦਹੋਲਡਿੰਗ ਆਫ ਜਿਹੜੀ ਰਿਮੂਵਲ ਦੀ ਰਿਲੀਫ, ਅਤੇ ਪਲੱਸ ਕੈਟ ਦੀ, ਅਤੇ ਪ੍ਰੋਟੈਕਸ਼ਨ ਅੰਡਰ ਕੈਟ,
ਉਹ ਕਰ ਸਕਦੇ ਆ, ਪਰ ਜਿਹੜੇ ਵਿਦਨ 1 ਈਅਰ ਆਏ ਆ ਉਹ ਅਸਾਈਲਮ ਦਾ ਕੇਸ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਆ। ਤੇ ਹੁਣ ਆਪਣਾ ਹੈਗਾ ਜੀ ਅੱਜ ਦਾ ਆਖਰੀ ਸਵਾਲ ਕਿ ਮੈਂ ਅਸਾਈਲਮ ਕੇਸ ਕੀਤਾ ਸੀ, ਉਹ ਡਿਨਾਈ ਹੋ ਗਿਆ। ਉਸ ਤੋਂ ਬਾਅਦ ਮੈਂ ਅਪੀਲ ਕੀਤੀ ਆ, ਫਰਵਰੀ 2020 ਚੋਂ ਚੱਲ ਰਹੀ, ਕਿੰਨਾ ਟਾਈਮ ਲੱਗੂਗਾ? ਅਪੀਲ ਜਿਹੜੀ BIA 'ਚ ਅੱਜ ਕੱਲ੍ਹ 1.5 ਤੋਂ 2 ਸਾਲ ਲੈ ਰਹੀ ਆ, ਸੋ ਤੁਹਾਨੂੰ ਅਜੇ ਹੋਰ ਟਾਈਮ ਥੋੜ੍ਹਾ ਲੱਗੂਗਾ। ਇਸ ਤੋਂ ਬਾਅਦ ਤੁਸੀਂ ਫਿਰ ਜੇ ਕੇਸ ਤੁਹਾਡਾ ਉੱਥੇ ਅਪੀਲ ਦੇ ਵਿੱਚ ਤੁਸੀਂ ਵਿਨ ਕਰ ਗਏ ਤਾਂ ਵਾਪਸ ਰਿਮਾਂਡ ਹੋ ਜਾਊਗਾ ਇਮੀਗ੍ਰੇਸ਼ਨ ਜੱਜ ਕੋਲ, ਨਹੀਂ ਤਾਂ ਫਿਰ ਤੁਹਾਨੂੰ ਅੱਗੇ ਸਰਕਟ ਕੋਰਟ ਦੇ ਵਿੱਚ ਅਪੀਲ ਕਰਨੀ ਪਊਗੀ। ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਆ ਜਿਹੜਾ ਲਾਅ ਬਾਰੇ ਆਪਾਂ ਗੱਲ ਕੀਤੀ, ਜਿਹੜਾ ਕਿ ਬਜਟ ਨਾਲ ਜੋੜ ਕੇ ਬਣ ਰਿਹਾ, ਬਹੁਤ ਇੰਪੋਰਟੈਂਟ ਡਿਵੈਲਪਮੈਂਟ ਆ, ਤੇ ਡੈਮੋਕ੍ਰੈਟਿਕ ਪਾਰਟੀ ਨੂੰ ਇਹ ਲੱਗ ਰਿਹਾ ਕਿ ਇਹੀ ਆਖਰੀ ਚਾਂਸ ਆ। ਤੁਹਾਨੂੰ ਦੱਸਦਾ ਕਿ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਨਿਊਸਮ, ਉਹਨਾਂ ਨੇ ਰਿਕਾਲ ਦੀ ਜਿਹੜੀ ਇਲੈਕਸ਼ਨ ਜਿੱਤ ਲਈ ਆ। ਅਸੀਂ ਉਹਨਾਂ ਦੀ ਸਪੋਰਟ ਕਰਦੇ ਸੀ, ਅਸੀਂ ਉਹਨਾਂ ਨਾਲ ਮੀਟਿੰਗ ਵੀ ਕੀਤੀ ਆ। ਤੇ ਹੁਣ ਪਿੱਛੇ ਇੱਕ ਪ੍ਰੋਗਰਾਮ ਸੀਗਾ ਲੌਂਗ ਬੀਚ, ਜਿੱਥੇ ਕਿ ਉਹ ਵੀ ਆਏ ਸੀ, ਪ੍ਰੈਜ਼ੀਡੈਂਟ ਬਾਈਡਨ ਵੀ ਆਏ ਸੀਗੇ। ਉੱਥੇ ਹੋਰ ਜਿਹੜੇ ਕਾਫੀ ਜਿਹੜੇ ਹੈਗੇ ਲੀਡਰ ਸੀ, ਸੈਨੇਟਰ ਸੀ, ਕਾਂਗਰਸਮੈਨ ਸੀ, ਉੱਥੇ ਮੈਨੂੰ ਬੁਲਾਇਆ ਸੀ, ਮਤਲਬ ਆਈ ਵਾਜ਼ ਵਨ ਆਫ ਦਾ ਇਨਵਾਈਟੀਜ਼। ਤੇ ਉੱਥੇ ਜਿਹੜੀ ਹੈਗੀ ਆ ਉਹ ਕਈ ਲੀਡਰਾਂ ਨਾਲ ਗੱਲ ਹੋਈ ਆ, ਸੈਨੇਟਰਾਂ ਨਾਲ ਤੇ ਕਾਂਗਰਸਮੈਨਾਂ ਨਾਲ। ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਇਹੀ ਸਾਡੇ ਕੋਲ ਚਾਂਸ ਹੈ ਇਮੀਗ੍ਰੇਸ਼ਨ ਦਾ ਬਿੱਲ ਪਾਸ ਕਰਨ ਦਾ, ਤੇ ਇਹ ਜੇ ਇਸ ਤਰੀਕੇ ਨਾਲ ਪਾਸ ਹੁੰਦਾ ਤਾਂ ਸਾਨੂੰ ਉਹੀ ਅਸੀਂ ਪੂਰਾ ਜ਼ੋਰ ਲਾ ਦਿਆਂਗੇ ਵੀ ਇਸ ਤਰ੍ਹਾਂ ਪਾਸ ਹੋਵੇ। ਤੇ ਇਹਦੇ ਨਾਲ ਜਿਹੜੀ ਮੈਂ ਇੱਕ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਅੰਬੈਸੀ ਆ ਉਹ ਬੰਬੇ ਦੀ ਬਜਾਏ ਦਿੱਲੀ ਦੇ ਵਿੱਚ ਇਮੀਗ੍ਰੈਂਟ ਵੀਜ਼ਿਆਂ ਦੀ ਇੰਟਰਵਿਊਆਂ ਹੋਣ, ਉਹਦੇ ਬਾਰੇ ਵੀ ਮੈਂ ਗੱਲਬਾਤ ਕੀਤੀ ਆ। ਤੇ ਉਹਦੇ ਤੇ ਵੀ ਜਿਹੜਾ ਪ੍ਰੋਸੈਸ ਚੱਲ ਰਿਹਾ ਉਹ ਕਹਿੰਦੇ ਉੱਤੇ ਅਸੀਂ ਗੌਰ ਕਰ ਰਹੇ ਹਾਂ, ਤੇ ਅਸੀਂ ਤੁਹਾਨੂੰ ਉਹਦੇ ਬਾਰੇ ਵੀ ਜਲਦੀ ਜਵਾਬ ਦੇਵਾਂਗੇ। ਸੋ ਜਿਵੇਂ ਉਹ ਡਿਵੈਲਪਮੈਂਟ ਹੋਏਗੀ, ਜੇ ਹੁਣ ਦਿੱਲੀ ਸ਼ੁਰੂ ਹੋ ਗਏ ਇੰਟਰਵਿਊਜ਼, ਉਹ ਪੰਜਾਬ ਵਾਲਿਆਂ ਨੂੰ ਬਹੁਤ ਫਾਇਦਾ, ਖਾਸ ਕਰਕੇ ਪੰਜਾਬ ਤੇ ਹਰਿਆਣਾ, ਕਿਉਂਕਿ ਬੰਬੇ ਬਹੁਤ ਦੂਰ ਪੈਂਦਾ। ਤੇ ਇਹਦੀਆਂ ਜਿਹੜੀਆਂ ਬਾਕੀ ਅਪਡੇਟਸ ਨੇ ਉਹ ਆਪਾਂ ਸ਼ੇਅਰ ਕਰਦੇ ਰਵਾਂਗੇ। ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.